ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਤਨਾਸਰੀ ਮਹੱਲਾ ਪਹਿਲਾ ਘਰ ਦੂਜਾ ਅਸ਼ਟਪਦੀਆ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਗੁਰ ਸਾਗਰ ਰਤਨੀ ਭਰਪੂਰੇ। ਅੰਮ੍ਰਿਤ ਸੰਤ ਚੁਗੈ ਨਹੀਂ ਦੂਰੇ। ਹਰ ਰਸ ਚੋਗ ਚੁਗਹਿ ਪ੍ਰਭ ਭਾਵੈ। ਸਰਵਰ ਮਹਿ ਹੰਸ ਪ੍ਰਾਨ ਪਤ ਪਾਵੈ। ਗੁਰ ਸਾਗਰ ਰਤਨੀ ਭਰਪੂਰੇ। ਅੰਮ੍ਰਿਤ ਸੰਤ ਚੁਗਹਿ ਨਹੀਂ ਦੂਰੇ। ਹਰ ਰਸ ਚੋਗ ਚੁਗਹਿ ਪ੍ਰਭ ਭਾਵੈ। ਸਰਵਰ ਮਹਿ ਹੰਸ ਪ੍ਰਾਨ ਪਤ ਪਾਵੈ। ਕਿਆ ਬਗ ਬੱਪੜਾ ਛੱਪੜੀ ਨਹਾਏ। ਕੀਚੜ ਡੂਬੈ ਮੈਲ ਨਾ ਜਾਏ। ਕਿਉ ਰਹਾਉ ਰਖ ਰਖ ਚਰਨ ਧਰੇ ਵਿਚਾਰੀ। ਦੁਬਦਾ ਛੋੜ ਪਏ ਨਿਰੰਕਾਰੀ। ਮੁਕਤ ਪਦਾਰਥ ਹਰ ਰਸ ਚਾਖੇ। ਆਵਣ ਜਾਣ ਰਹੇ ਗੁਰ ਰਾਖੇ। ਸਰਵਰ ਹੰਸਾ ਛੋੜ ਨਾ ਜਾਏ। ਪ੍ਰੇਮ ਭਗਤ ਕਰ ਸਹਿਜ ਸਮਾਏ। ਸਰਵਰ ਮਹਿ ਹੰਸ ਹੰਸ ਮਹਿ ਸਾਗਰ। ਅਕਥ ਕਥਾ ਗੁਰ ਬਚਨੀ ਆਦਰ। ਸੁਨ ਮੰਡਲ ਇਕ ਜੋਗੀ ਬੈਸੇ। ਨਾਰ ਨਾ ਪੁਰਖ ਕਹੋ ਕੋ ਕੈਸੇ। ਤਿਰ ਭਾਵਨ ਜੋਤ ਰਹੇ ਲਿਵ ਲਾਈ। ਸਵਰ ਨਰ ਨਾਥ ਸੱਚੇ ਸਰਣਾਈ। ਆਨੰਦ ਮੂਲ ਅਨਾਥ ਆਧਾਰੀ। ਗੁਰਮੁਖ ਭਗਤ ਸਹਿਜ ਵਿਚਾਰੀ। ਭਗਤ ਵਛਲ ਪੈ ਕਾਟਣ ਹਾਰੇ। ਹਉਮੈ ਮਾਰ ਮਿਲੇ ਪਗ ਤਾਰੇ। ਅਨਕ ਜਤਨ ਕਰ ਕਾਲ ਸੰਤਾਏ। ਮਰਨ ਲਿਖਾਏ ਮੰਡਲ ਮਹਿ ਆਏ। ਜਨਮ ਪਦਾਰਥ ਦੁਬਦਾ ਖੋਵੈ। ਆਪ ਨਾ ਚੀਨਸ ਭ੍ਰਮ ਭ੍ਰਮ ਰੋਵੈ। ਕਹਿਤੋ ਪੜਤੋ ਸੁਣਤੋ ਏਕ। ਧੀਰਜ ਧਰਮ ਧਰਣੀ ਧਰ ਟੇਕ। ਜਤ ਸਤ ਸੰਜਮ ਹਿਰਦੈ ਸਮਾਏ। ਚੌਥੇ ਪਦ ਕੋ ਜੇ ਮਨ ਪਤੀ ਆਏ। ਸਾਚੇ ਨਿਰਮਲ ਮੈਲ ਨਾ ਲਾਗੈ। ਗੁਰ ਕੈ ਸ਼ਬਦ ਪਰਮ ਭਉ ਭਾਗੈ। ਸੂਰਤ ਮੂਰਤ ਆਦ ਅਨੂਪ। ਨਾਨਕ ਜਾਚੈ ਸਾਚ ਸਰੂਪ। ਸੂਰਤ ਮੂਰਤ ਆਦ ਅਨੂਪ। ਨਾਨਕ ਜਾਚੈ ਸਾਚ ਸਰੂਪ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਗ ਬੱਪੜਾ ਛੱਪੜੀ ਨਹਾਏ। ਕਿਆ ਬਗ ਬੱਪੜਾ ਛੱਪੜੀ ਨਹਾਏ। ਕਿਆ ਬਗ ਬੱਪੜਾ ਛੱਪੜੀ ਨਹਾਏ। ਕਿਆ ਬਗ ਬੱਪੜਾ ਛੱਪੜੀ ਨਹਾਏ। ਬਗ ਬੱਪੜਾ ਛੱਪੜੀ ਨਹਾਏ। ਕਿਆ ਬਗ ਬੱਪੜਾ
ਛਪੜੀ ਨਹਾਏ ਭਗ ਬਪੜਾ ਛਪੜੀ ਨਾਏ ਕਿਆ ਬਗ ਬੱਪੜਾ ਛਪੜੀ ਨਾਏ ਡੂਬੈ ਮੈਲ ਨ ਜਾਏ ਕੀਚੜ ਡੂਬੈ ਮੈਲ ਨ ਜਾਏ ਕੀਚੜ ਡੂਬੈ ਮੈਲ ਨਾ ਜਾਏ ਕੀਚੜ ਡੂਬੈ ਮੈਲ ਨਾ ਜਾਏ ਕਿਆ ਭਗ ਬਪੜਾ ਬਗਲਾ ਵਿਚਾਰਾ ਕੀ ਛੱਪੜੀ ਨਹਾਏ ਚਿੱਕੜ ਦੀ ਜਾਲੇ ਦੀ ਭਰੀ ਹੋਈ ਗੰਦੀ ਛੱਪੜੀ ਉਹਦੇ ਵਿੱਚ ਨਹਾਉਂਦਾ ਹੈ ਕੀਚੜ ਡੁੱਬਾ ਹੈ ਚਿੱਕੜ ਵਿੱਚ ਡੁੱਬਦਾ ਹੈ ਮੈਲ ਨਾ ਜਾਏ ਉਸ ਦੀ ਮੈਲ ਦੂਰ ਨਹੀਂ ਹੁੰਦੀ ਇੱਕ ਵਾਰ ਮੈਂ ਫਿਰ ਬੇਨਤੀ ਕਰਾਂ ਬਗਲਾ ਵਿਚਾਰਾ ਜੋ ਰੰਗ ਦਾ ਸਫੇਦ ਹੈ ਸੋਹਣੇ ਖੰਭ ਨੇ ਸੋਹਣਾ ਕੱਦ ਬੋਤਾ ਹੈ ਬੈਠ ਗਿਆ ਆ ਕੇ ਉਸ ਛੱਪੜੀ ਤੇ ਜਿਹੜੀ ਚਿੱਕੜ ਨਾਲ ਭਰੀ ਹੋਈ ਹੈ ਜਦੋਂ ਉਹਦੇ ਵਿੱਚ ਫਿਰ ਟੁੱਬੀ ਮਾਰਦਾ ਹੈ ਸਿਰ ਪਰਨੇ ਮਾਰਦਾ ਹੈ ਆਪਣੇ ਖੰਭਾਂ ਨੂੰ ਸਾਫ਼ ਕਰਨ ਵਾਸਤੇ ਕੀਚੜ ਡੁੱਬਾ ਹੈ ਹੁੰਦਾ ਕੀ ਹੈ ਚਿੱਕੜ ਵਿੱਚ ਡੁੱਬਦਾ ਏ ਮੈਲ ਨਾ ਜਾਏ ਉਸ ਦੇ ਖੰਭਾਂ ਤੋਂ ਮੈਲ ਜਾਂਦੀ ਨਹੀਂ ਬਲਕਿ ਚਿੱਕੜ ਦੇ ਨਾਲ ਨਾ ਉਸ ਦੇ ਖੰਭ ਹੋਰ ਭਰੇ ਜਾਂਦੇ ਨੇ ਇਹ ਅੱਜ ਦੇ ਪਾਵਨ ਵਚਨ ਦਾ ਰਹਾਉ ਹੈ ਰਹਾਉ ਦੀਆਂ ਪੰਕਤੀਆਂ ਨੇ ਸਾਰੇ ਵਿਦਵਾਨ ਸਾਡੇ ਵਿਦਵਾਨ ਪੁਰਸ਼ ਸਮਝਾਇਆ ਕਰਦੇ ਨੇ ਅਜਿਹੇ ਸ਼ਬਦਾਂ ਵਿੱਚ ਜੋ ਰਹਾਉ ਦੀਆਂ ਪੰਕਤੀਆਂ ਹੁੰਦੀਆਂ ਨੇ ਉਹ ਸ਼ਬਦ ਦਾ ਕੇਂਦਰੀ ਭਾਵ ਹੁੰਦੀਆਂ ਨੇ ਤਾਂ ਕੇਂਦਰੀ ਭਾਵ ਹੈ ਅਰੇ ਪਾਵਨ ਸ਼ਬਦ ਨਾ ਸਾਡੇ ਪਿਤਾ ਜੀ ਜਗਤ ਪਿਤਾ ਜੀ ਧੰਨ ਧੰਨ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਉਚਾਰਨ ਕੀਤਾ ਹੋਇਆ ਹੈ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ 685 ਅਤੇ 86 ਤੇ ਸੁਭਾਇਮਾਨ ਹੈ 8 ਪਦਾਂ ਤੇ ਆਧਾਰ ਤੇ ਸ਼ਬਦ ਹੈ ਅਸ਼ਟਪਦੀ ਹੈ ਔਰ ਹਰ ਪਦ ਦੀਆਂ 4-4 ਤੁਕਾਂ ਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਚਾਹਿਆ ਜੇ ਤੁਸੀਂ ਕਿਤੇ ਇਸ ਪਾਵਨ ਸ਼ਬਦ ਨੂੰ ਧਨਾਸਰੀ ਰਾਗ ਵਿੱਚ ਗਾਵੋ ਦੂਜੇ ਘਰ ਦੇ ਵਿੱਚ ਫਿਰ ਕੀ ਬਾਤ ਹੈ ਧਨਾਸਰੀ ਦੀਆਂ ਸੁਰਾਂ ਛੇੜ ਕੇ ਤੁਸੀਂ ਇਸ ਸ਼ਬਦ ਨੂੰ ਗਾਓ ਫਿਰ ਦੇਖਣਾ ਕਿਵੇਂ ਰੰਗ ਚੜ੍ਹਦਾ ਗਾਉਣ ਵਾਲਿਆਂ ਤੇ ਸੁਣਨ ਵਾਲਿਆਂ ਤੇ ਸਭਨਾਂ ਤੇ ਉਪਰੰਤ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਦਾ ਜਿਸ ਨੂੰ ਮੰਗਲ ਕਿਹਾ ਜਾਂਦਾ ਹੈ ਜਾਂ ਮੂਲ ਮੰਤਰ ਦਾ ਸੰਖੇਪ ਰੂਪ ਇੱਕ ਓੰਕਾਰ ਸਤਿਗੁਰ ਪ੍ਰਸਾਦ ਕਰਤਾਰ ਇੱਕ ਹੈ ਜੋ ਇੱਕ ਰਸ ਸਰਬ ਵਿਆਪਕ ਹੈ ਵਾਹਿਗੁਰੂ ਇੱਕ ਰਸ ਸਰਬ ਵਿਆਪਕ ਹੈ ਉਸ ਨਾਲ ਸਾਂਝ ਕਿਵੇਂ ਬਣਦੀ ਹੈ ਉਸ ਨੂੰ ਜਾਣਿਆ ਕਿਵੇਂ ਜਾਂਦਾ ਹੈ ਕਿਵੇਂ ਨੇੜੇ ਹੋਇਆ ਜਾ ਸਕਦਾ ਹੈ ਕਿਵੇਂ ਉਸ ਦਾ ਅਨੁਭਵ ਕੀਤਾ ਜਾ ਸਕਦਾ ਹੈ ਗੁਰ ਪ੍ਰਸਾਦ ਸਤਿਗੁਰ ਪ੍ਰਸਾਦ ਸਦਾ ਟਿਕੇ ਰਹਿਣ ਵਾਲੇ ਸਤਿਗੁਰੂ ਗੁਰੂ ਪਰਮੇਸ਼ਰ ਦੀ ਕਿਰਪਾ ਦੇ ਦੁਆਰਾ ਹੋਰ ਕੋਈ ਜੁਗਤੀ ਨਹੀਂ ਹੈ ਗੁਰੂ ਉਪਦੇਸ਼ ਦਾ ਧਿਆਨ ਕਰਕੇ ਹੀ ਉਸ ਦੇ ਨਾਲ ਕਰਤਾਰ ਦੇ ਨਾਲ ਸਾਂਝ ਪਾਈ ਜਾ ਸਕਦੀ ਹੈ ਆਸਾ ਕੀ ਵਾਰ
ਦਾ ਕੀਰਤਨ ਇਹ ਆਪਾਂ ਸਾਰਿਆਂ ਨੇ ਸੁਣਿਆ। 24 ਪੌੜੀਆਂ ਤੇ ਆਧਾਰਿਤ ਇਹ ਜੋ ਵਾਰ ਹੈ, ਜਿਹੜੀ ਆਸਾ ਰਾਗ ਵਿੱਚ ਹੀ ਗਾਉਣ ਦੇ ਆਦੇਸ਼ ਦੇ ਨਾਲ ਸਤਿਗੁਰਾਂ ਨੇ ਅੰਕਿਤ ਕੀਤੀ ਹੈ। ਪੌੜੀ ਦੇ ਨਾਲ 3 ਸ਼ਲੋਕ ਨੇ, ਅਸੀਂ ਸੁਣਦੇ ਹਾਂ, ਸਾਨੂੰ ਸਾਰਿਆਂ ਨੂੰ ਯਾਦ ਨੇ। ਬਲਿਹਾਰੀ ਗੁਰੇ ਆਪਣੇ, ਹਾਂਜੀ ਦਿਹਾੜੀ ਸਦਵਾ, ਬੋਲੋਗੇ ਸਾਰੇ ਪਿਆਰ ਨਾਲ, ਨਾਲ ਬੋਲੋ। ਬਲਿਹਾਰੀ ਗੁਰੇ ਆਪਣੇ ਦਿਹਾੜੀ ਸਾਧਵਾਰ, ਜਿਨ ਮਾਨਸ ਤੇ ਦੇਵਤੇ ਕੀਏ। ਵਾਹਿਗੁਰੂ। ਕਰਤ ਨਾ ਲਾਗੀ ਪਾ। ਕਿਸ ਨੇ ਮਾਨਸ ਤੇ ਦੇਵਤੇ ਕੀਏ? ਗੁਰੂ ਨੇ। ਔਰ ਕਰਤ ਨਾ ਲਾਗੀ ਵਾਰ, ਵਾਰ ਮੈਂ ਨਾ ਦੇਰੀ। ਇਹ ਬਚਨ ਵੀ ਸਤਿਗੁਰੂ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਦਾ ਉਚਾਰਨ ਕੀਤਾ ਹੋਇਆ ਹੈ। ਕਰਤਾਰਪੁਰ ਦੀਆਂ ਗੱਲਾਂ ਨੇ ਨਾ। ਹੁਣ ਸ਼ਬਦ ਗੁਰੂ ਨਾਨਕ ਸਾਹਿਬ ਦਾ ਤੇ ਕੋਸ਼ਿਸ਼ ਕਰਾਂਗੇ ਅਸੀਂ ਨਾ ਇਤਿਹਾਸ ਦੇ ਹਵਾਲੇ ਜੇ ਦੇਣੇ ਪਏ ਤੇ ਸਤਿਗੁਰਾਂ ਦੇ ਇਤਿਹਾਸ ਵਿੱਚੋਂ ਨੇੜਿਓਂ ਲੱਭੇ ਜਾਣ। ਪ੍ਰਿੰਸੀਪਲ ਸਤਬੀਰ ਸਿੰਘ, ਮਹਿਮਾ ਪ੍ਰਕਾਸ਼ ਵਾਲੇ ਗੁਰਮੁਖ ਸੱਜਣ ਕਹਿੰਦੇ ਨੇ ਕਰਤਾਰਪੁਰ ਦੇ ਵਿੱਚ ਕੁਝ ਸੰਨਿਆਸੀ ਆ ਗਏ। ਹੁਣ ਕਰਤਾਰਪੁਰ ਦਾ ਆਲਾ ਦੁਆਲਾ ਮਾਝੇ ਦੇ ਜਵਾਨਾਂ ਨਾਲ ਭਰਿਆ ਹੋਇਆ, ਜਿਹੜੇ ਕੱਦ ਕਾਠ ਕਰਕੇ ਤਕੜੇ, ਜੁੱਸੇ ਕਰਕੇ ਤਕੜੇ। ਵੇਖ ਕੇ ਨਾ ਉੱਥੇ ਦੀਆਂ ਰੌਣਕਾਂ ਹਰ ਵੇਲੇ ਦੀਆਂ, ਲੰਗਰ ਚੱਲਦੇ ਸੀ, ਛਕਣ ਛਕਾਉਣ ਹੈਗਾ ਸੀ, ਸਾਰਾ ਕੁਝ ਹੈਗਾ ਸੀ। ਸੰਨਿਆਸੀਆਂ ਨੇ ਨਾ ਵਿਅੰਗ ਕੱਸਿਆ। ਸੰਨਿਆਸੀ ਅਕਸਰ ਜਿਹੜੇ ਘਰ-ਬਾਰ ਛੱਡੀ ਫਿਰਦੇ ਹੁੰਦੇ ਨੇ, ਇੱਕ ਭੇਖ ਹੈ। ਨੰਗ ਧੜੰਗੇ ਵੀ ਰਹਿੰਦੇ ਨੇ, ਕੋਈ ਕੱਪੜੇ ਵੀ ਪਾ ਲੈਂਦੇ ਨੇ। ਜਦ ਘਰ ਵਿੱਚ ਰਹਿਣਾ ਨਹੀਂ ਤੇ ਖਾਣ ਪੀਣ ਵੀ ਉਹ ਜਿਹਾ ਹੀ ਰਹਿ ਜਾਂਦਾ। ਫਿਰ ਸੁੱਕੇ ਜਿਹੇ ਮੰਦੇ ਜਿਹੇ ਸਰੀਰਾਂ ਵਾਲੇ ਕਹਿੰਦੇ ਨੇ ਬਾਬਾ ਬਾਕੀ ਤਾਂ ਸਾਰਾ ਕੁਝ ਠੀਕ ਹੈ, ਆਹ ਝੋਟੇ ਕੀ ਪਾਲ ਰੱਖੇ ਨੇ ਤੁਸਾਂ ਨੇ। ਸਤਿਗੁਰਾਂ ਨੇ ਨਾ ਭਾਵਪੂਰਤ ਨਜ਼ਰਾਂ ਨਾਲ ਤੱਕਿਆ, ਮਾੜਾ ਜਿਹਾ ਸੀਸਾ ਲਾਇਆ, ਕੋਈ ਉੱਤਰ ਨਾ ਦਿੱਤਾ, ਬਚਨ ਨਾ ਕੀਤਾ। ਕੁਝ ਦਿਨ ਹੋਰ ਬੀਤੇ ਨਾ, ਜਦੋਂ ਅਜੇ ਉਹ ਠਹਿਰੇ ਹੋਏ ਸਨ। ਹੁਣ ਨਾ ਗੁਰੂ ਕੇ ਬਚਨ ਸੁਣ ਕੇ ਤੇ ਸੰਗਤ ਵਿੱਚ ਰਹਿ ਕੇ ਨਾ ਬਿਰਤੀ ਤਬਦੀਲ ਹੋਣ ਲੱਗ ਪਈ ਉਹਨਾਂ ਦੀ। ਕਹਿੰਦੇ ਨੇ ਬਾਬਾ ਕਮਾਲ ਹੀ ਹੈ, ਐਡੇ ਐਡੇ ਵੱਡੇ ਭਾਰੇ ਜੁੱਸਿਆਂ ਵਾਲੇ ਬੰਦੇ ਕਿਵੇਂ ਸਾਂਭੇ ਹੋਏ ਨੇ ਤੁਸਾਂ ਨੇ। ਪਹਿਲਾਂ ਝੂਠੇ ਸਨ, ਹੁਣ ਬੰਦੇ ਦਿਸਣ ਲੱਗ ਪਏ। ਕੁਝ ਦਿਨ ਹੋਰ ਬੀਤੇ ਜਿਸ ਵੇਲੇ ਨਾ, ਤੇ ਹੁਣ ਤੱਕ ਨਾ ਅੱਖਾਂ ਦੇ ਜਿਹੜੇ ਪਰਦੇ ਸਨ ਨਾ ਸਾਫ਼ ਹੋ ਚੁੱਕੇ ਸਨ ਬਹੁਤ ਹੱਦ ਤੱਕ। ਕਹਿਣ ਲੱਗੇ ਬਾਬਾ ਕਮਾਲ ਹੀ ਹੈ, ਤੁਸੀਂ ਤਾਂ ਇੱਕ ਦੇਵਤਾ ਨਹੀਂ, ਤੁਸਾਂ ਤਾਂ ਦੇਵਤਿਆਂ ਦੀ ਸਭਾ ਬਣਾਈ ਹੋਈ ਹੈ। ਇਹ ਤਾਂ ਕਰਤਾਰਪੁਰ ਬਣ ਹੀ ਦੇਵਤਿਆਂ ਦਾ ਗਿਆ ਹੈ। ਉਹ 33 ਕਰੋੜ ਦੇਵਤਿਆਂ ਦੀਆਂ ਗੱਲਾਂ ਸੁਣਦੇ ਸਨ। ਵੈਸੇ ਦੇਵਤਾ ਸ਼ਬਦ ਦਾ ਅਰਥ ਹੁੰਦਾ ਹੈ ਗਿਆਨ ਸਰੂਪ, ਜਿਸ ਦਾ ਜ਼ਿਕਰ ਮਹਾਰਾਜ ਗੁਰੂ ਨਾਨਕ ਸਾਹਿਬ ਕਰਦੇ ਨੇ ਨਾ, ਮਾਨਸ ਤੇ ਦੇਵਤੇ ਕੀਏ, ਉਸ ਤੋਂ ਭਾਵ ਹੈ ਗਿਆਨ ਸਰੂਪ, ਦਿਵਯ ਸਰੂਪ। ਕਹਿੰਦੇ ਨੇ ਤੁਸਾਂ ਤਾਂ ਦੇਵਤੇ ਪਾਲੇ ਹੋਏ ਨੇ, ਤੁਸੀਂ ਦੇਵਤਿਆਂ ਦਾ ਇਕੱਠ ਕੀਤਾ ਹੋਇਆ ਹੈ, ਦੇਵਤਿਆਂ ਦੀ ਸੰਗਤ ਬਣਾਈ ਹੋਈ ਹੈ। ਸਤਿਗੁਰੂ ਮਹਾਰਾਜ ਨੇ ਅੱਜ ਫਿਰ ਹੋਰ ਮੁਸਕਰਾਏ, ਕਹਿਣ ਲੱਗੇ ਹਾਂ ਤੁਸੀਂ ਠੀਕ ਆਖਿਆ, ਠੀਕ ਲੱਭਿਆ। ਦਰਅਸਲ ਨਾ ਗੱਲ ਇਵੇਂ ਹੀ ਹੈ, ਸਾਡੇ ਸਰੀਰ, ਸਾਡੇ ਜੁੱਸੇ, ਸਾਡਾ ਸਾਰਾ ਕੁਝ ਬੜਾ ਚੰਗਾ, ਬੜਾ ਨਰੋਆ, ਪਰ ਸ਼ਬਦ ਤੋਂ ਦੂਰ ਰਹਿ ਕੇ ਨਾ ਮਲੀਨ ਹੋ ਜਾਂਦਾ ਹੈ, ਗੰਦਾ ਹੋ ਜਾਂਦਾ ਹੈ। ਅਸੀਂ ਝੋਟੇ ਹੀ ਨਜ਼ਰ ਆਉਂਦੇ ਹਾਂ, ਢੁੱਡ ਮਾਰਨ ਵਾਲੇ, ਸਿੰਗ ਮਾਰਨ ਵਾਲੇ।
ਤੇ ਜਿਉਂ ਅਸੀਂ ਫਿਰ ਸ਼ਬਦ ਦੇ ਨੇੜੇ ਹੁੰਦੇ ਹਾਂ, ਫਿਰ ਉਹ ਝੋਟਿਆਂ ਵਾਲੀ ਬਿਰਤੀ ਨਾ ਹੌਲੀ 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 ਕਰਕੇ ਨਾ ਵਿਦਾ ਹੋ ਜਾਂਦੀ ਹੈ। ਫਿਰ ਬੰਦਿਆਂ ਦੀ ਪੱਧਰ ਤੇ ਆ ਜਾਂਦੇ ਆ। ਲੇਕਿਨ ਅਜੇ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦਾ ਨਾ ਫਰਜ਼ ਧਰਮ ਪੂਰਾ ਨਹੀਂ ਹੋਇਆ। ਜੇ ਕਿਤੇ ਅਸੀਂ ਹੋਰ ਜੁੜੇ ਰਹੀਏ ਸ਼ਬਦ ਦੇ ਨਾਲ ਨਾ, ਦੇਖੋ ਮਨੁੱਖ ਇੱਕ ਸਧਾਰਨ ਪੱਧਰ ਹੋ ਗਈ, ਜੇ ਕਿਤੇ ਨਾ ਸ਼ਬਦ ਨਾਲੋਂ ਫਿਰ ਬੇਮੁਖ ਹੋ ਗਿਆ ਤੇ ਫਿਰ ਝੋਟਿਆਂ ਵਾਲੀ ਗੱਲ ਬਣ ਜਾਂਦੀ ਹੈ। ਪਰ ਜੇ ਸ਼ਬਦ ਨਾਲ ਜੁੜਿਆ ਰਹੇ ਫਿਰ ਦੇਵਤਾ ਹੋ ਜਾਂਦਾ ਹੈ, ਦੇਵਤਾ ਹੋ ਜਾਂਦਾ ਹੈ। ਔਰ ਬਹੁਤ ਲੰਬਾ ਸਮਾਂ ਨਹੀਂ ਲੱਗਦਾ। ਜੇ ਬਹੁਤ ਲੰਬਾ ਸਮਾਂ ਲੱਗਦਾ ਹੋਵੇ, no need a long time, no। ਚੇਤਨਾ ਦੀ ਲੋੜ ਹੈ, ਸ਼ਬਦ ਦੀ ਚੇਤਨਾ ਦੀ ਲੋੜ ਹੈ। ਬਲਿਹਾਰੀ ਗੁਰੇ ਆਪਣੇ ਦਿਵਾੜੀ ਸਦਵਾਰ ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨਾ ਲਾਗੀ ਵਾਰ। ਫਿਰ ਕਹਿੰਦੇ ਨੇ ਜੇ 100 ਚੰਦਾ ਉਗਵੇ ਹੈ ਵਾਹਿਗੁਰੂ। ਇਹ ਪਾਵਨ ਵਚਨ ਦੂਜੇ ਪਾਤਸ਼ਾਹ ਦਾ, ਮਹਲਾ ਦੂਜਾ। ਜੇ 100 ਚੰਦਾ ਉਗਵੇ ਸੂਰਜ ਚੜੇ 1000 ਏਤੇ ਚਾਨਣ ਹੁੰਦੇ ਆ ਵਾਹਿਗੁਰੂ। ਬੋਲੋ ਸਾਰੇ। ਏਤੇ ਚਾਨਣ ਹੁੰਦੇ ਆ ਗੁਰ ਬਿਨ ਘੋਰ ਅੰਧਾਰ, ਗੁਰ ਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨਾ ਆਵੈ, ਗੁਰ ਬਿਨ ਸੁਰਤ ਨਾ ਸਿੱਧ, ਗੁਰੂ ਬਿਨ ਮੁਕਤ ਨਾ ਪਾਵੈ। ਗਾਉਂਦੇ ਰਹਿਣਾ, ਬੋਲਦੇ ਰਹਿਣਾ, ਗਾਉਂਦੇ ਰਹਿਣਾ, ਬੋਲਦੇ ਰਹਿਣਾ। ਜਿਹੜੇ ਗੁਰੂ ਸੰਗਤ ਵਿੱਚ ਜੁੜੇ ਹੋਏ ਹੋ ਨਾ, ਕਰਤਾਰ ਕਿਰਪਾ ਕਰੇ। ਜਿਵੇਂ ਮੈਂ ਮਹਿਸੂਸ ਕਰਦਾ, ਆਪਣੇ ਅੰਦਰੋਂ ਤਾਂ ਝੋਟਾਂ ਬਿਰਤੀਆਂ ਨਿਕਲ ਗਈਆਂ ਨਾ। ਝੋਟਾ ਬਿਰਤੀ ਤਾਂ ਅੰਦਰ ਦਰਬਾਰ 'ਚ ਬਹਿ ਹੀ ਨਹੀਂ ਸਕਦੀ। ਪਰ ਜਦੋਂ ਤੁਸੀਂ ਬੋਲਦੇ ਰਹੋਗੇ, ਤੁਸੀਂ ਗਾਉਂਦੇ ਰਹੋਗੇ ਨਾ, ਝੋਟਿਆਂ ਦੀ ਵੀ ਝੋਟਾ ਬਿਰਤੀ ਚਲੀ ਜਾਵੇ। ਜਿਹੜੇ ਗੁਰੂ ਕੇ ਕਹਾ ਕੇ ਝੋਟਿਆਂ ਵਾਲੀ ਬਿਰਤੀ ਲੈ ਕੇ ਚੱਲਦੇ ਨੇ ਨਾ, ਕਰਤਾਰ ਕਿਰਪਾ ਕਰੇ ਉਹਨਾਂ ਦੀ ਵੀ ਝੋਟਾ ਬਿਰਤੀ ਅੰਦਰੋਂ ਨਿਕਲ ਜਾਵੇ। ਤੇ ਹਜ਼ੂਰ ਗੁਰੂ ਨਾਨਕ ਸਾਹਿਬ ਨੇ ਫਿਰ ਆਖਿਆ, ਕਹਿਣ ਲੱਗੇ ਨਾਨਕ ਗੁਰੂ ਨਾ ਚੇਤਨੀ ਮਨ ਆਪਣਾ ਸੁਚੇਤ। ਮੈਂ ਬੜਾ ਹੀ ਚੰਗਾ, ਲੋੜ ਹੀ ਕੋਈ ਨਹੀਂ ਸਤਸੰਗ ਕਰਨ ਦੀ, ਲੋੜ ਹੀ ਕੋਈ ਨਹੀਂ ਗੁਰੂ ਕੀ ਗੱਲ ਸੁਣਨ ਦੀ। ਮਨ ਆਪਣੇ ਸੁਚੇਤ ਛੁੱਟੇ ਤਿਲ ਬੁਆੜ ਜਿਉ ਸੁਣੇ ਅੰਦਰ ਖੇਤ। ਛੱਡੇ ਰਹਿ ਜਾਂਦੇ ਨੇ ਬੁਆੜ ਤਿਲ ਵਾਂਗੂ। ਫਿਰ ਤੇ ਫਿਰ ਕੀਤਾ ਅੰਦਰ ਛੁੱਟੀਆਂ ਕਹੋ ਨਾਨਕ 100 ਨਾ। ਜਿਹੜੇ ਸਿੱਟੇ ਛੱਡੇ ਗਏ, ਸਿੱਟਿਆਂ ਵਾਲੇ ਨਾ, ਮਾੜੇ ਮਾੜੇ ਪੌਦੇ ਛੱਡੇ ਗਏ ਨਾ, ਜਿਹਨੂੰ ਮਾਲਕ ਨੇ ਨਾ ਸਾਂਭਿਆ ਨਾ ਲਾਪਰਿਆ, ਕੱਲੇ ਕਾਰੇ ਨੂੰ ਖੇਤ ਵਿੱਚ ਖਲੋਤਿਆਂ ਵੇਖ ਕੇ ਨਾ ਫਿਰ ਉਹਦੇ ਕਈ ਮਾਲਕ ਬਣ ਜਾਂਦੇ ਨੇ। ਔਰ ਮਾਲਕ ਵੇਖੋ ਕਿੱਡੇ ਚੰਗੇ ਚੰਗੇ ਦਾਣੇ ਭੁੰਨਣ ਵਾਲੇ ਬਣ ਜਾਂਦੇ ਨੇ, ਆਪਣੇ ਚੁੱਲ੍ਹੇ ਗਰਮ ਕਰਨ ਵਾਲੇ ਉਹਨਾਂ ਦੇ ਮਾਲਕ ਬਣ ਜਾਂਦੇ ਨੇ। ਵਾਹਿਗੁਰੂ। ਹੋਇਆ ਕਿਉਂ? ਮਾਲਕ ਨਾਲੋਂ ਟੁੱਟ ਗਏ। ਜੋੜਨਾ ਕਿਸ ਨੇ ਸੀ? ਗੁਰੂ ਨੇ ਜੋੜਨਾ ਸੀ। ਹੁਣ ਕਿੱਥੇ ਜਾਣ, ਕੀ ਕਰਨ, ਕੀ ਕਰਨ? ਫਿਰ ਮਾਣਯੋਗ ਭਾਈ ਸਾਹਿਬ ਨੰਦ ਲਾਲ ਜੀ ਹੋਣੀ ਵੀ ਫਿਰ ਐਵੇਂ ਆਖਦੇ ਨੇ, ਘਰ ਫਰੋਜ਼ਦ 1000 ਮਿਹਰ ਮਾਹ। ਜੇ ਕਿਤੇ ਹਜ਼ਾਰਾਂ ਸੂਰਜ ਤੇ ਚੰਦਰਮਾ ਚੜ ਪੈਣ ਨਾ ਆਲਮੇ ਦਾਂ, ਓਏ ਸਿਆਣਿਓ, ਓਏ ਸਮਝਦਾਰੋ, ਓਏ ਅਕਲਾਂ ਦੇ ਪੁੰਜੋ, ਆਲਮੇ ਦਾਂ ਜੁਜ਼ਊ ਇੱਕ ਉਸ ਤੋਂ ਬਿਨਾ ਤਮਾਮ ਸਿਆ। ਹਨੇਰਾ ਹੀ ਹਨੇਰਾ ਜੀ, ਹਨੇਰਾ ਹੀ ਹਨੇਰਾ। ਉਹ ਕੌਣ ਹੋਇਆ ਭਲਾ? ਜੁਜ਼ਊ ਇੱਕ ਉਸ ਤੋਂ ਬਿਨਾ, ਗੁਰੂ ਤੋਂ ਬਿਨਾ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਸ਼ਰਨ ਵਿੱਚ ਆਉਣ ਤੋਂ ਬਿਨਾ ਉਹੀ ਗੱਲ ਹੋਏਗੀ
ਜਿਵੇਂ ਕੋਈ ਬਗਲਾ ਨਾ ਛੱਪੜ ਵਿੱਚ ਵੜ ਜਾਏ ਵੀ ਇੱਥੇ ਨਾ ਮੈਂ ਆਪਣੇ ਖੰਭ ਨਿਰਮਲ ਕਰ ਲਵਾਂਗਾ, ਗੱਲ ਬਣਦੀ ਹੈ ਭਲਾ? ਕਿਆ ਬਗ ਬੱਪੜਾ ਛੱਪੜੀ ਨਾਏ ਕੀਚਲ ਡੂਬੈ, ਮੈਲ ਨਾ ਹਾਂਜੀ ਜਾਏ, ਕੀਚਲ ਡੂਬੈ, ਮੈਲ ਨਾ ਜਾਏ। ਸਦਾ ਚੇਤੇ ਰੱਖਣਾ, ਸਦਾ ਚੇਤੇ ਰੱਖਣਾ। ਹੁਣ ਜੇ ਕਿਤੇ ਨਾ ਅੱਗੇ ਜਾ ਕੇ ਸਤਿਗੁਰੂ ਮਹਾਰਾਜ ਹੋਰ ਨਖੇੜਾ ਕਰ ਦਿੰਦੇ ਨੇ, ਨਖੇੜਾ ਕਰ ਦਿੰਦੇ ਨੇ। ਸਿੱਖਾਂ ਨੂੰ ਤਾਂ ਬਗਲੇ ਕਹਿੰਦੇ ਹੀ ਨਹੀਂ ਵੀ ਸਿੱਖ ਮੇਰਾ ਬਗਲਾ ਹੈ। ਬਗਲੇ ਉਹਨਾਂ ਚਿਰ ਹੀ ਬਗਲੇ ਨੇ ਜਿੰਨਾ ਚਿਰ ਸਿੱਖ ਨਹੀਂ ਬਣਦੇ, ਜਿੰਨਾ ਚਿਰ ਉਹਨਾਂ ਨੂੰ ਸ਼ਬਦ ਦੀ ਛੋਹ ਨਹੀਂ ਮਿਲਦੀ, ਤਦ ਤੱਕ ਹੀ ਬਗਲੇ ਨੇ। ਛੱਪੜਾਂ 'ਚ ਵੜਦੇ ਫਿਰਦੇ ਨੇ, ਮੈਲੇ ਹੁੰਦੇ ਫਿਰਦੇ ਨੇ। ਹੁਣ ਜਦ ਜੇ ਕਿਤੇ ਉਹ ਹੱਥ ਜੋੜ ਕੇ ਪੁੱਛਣ, ਬਾਬਾ ਜੀ ਦੱਸੋ ਮੈਂ ਫਿਰ ਕਿੱਥੇ ਇਸ਼ਨਾਨ ਕਰਾਂ, ਮੇਰੇ ਖੰਭ ਚਿੱਟੇ ਨਹੀਂ ਹੁੰਦੇ ਪਏ, ਮੇਰੀ ਮੈਲ ਨਹੀਂ ਜਾਂਦੀ ਪਈ, ਮੈਂ ਕੀ ਕਰਾਂ ਹੁਣ? ਔਰ ਚੇਤਾ ਰੱਖਣਾ, ਸਾਡੇ ਪਿਤਾ ਜੀ ਮਹਾਰਾਜ ਧੰਨ ਗੁਰੂ ਨਾਨਕ ਸਾਹਿਬ ਨੇ ਸਾਡੇ ਕੋਲੋਂ ਲੁਕਾ ਕੇ ਕੁਛ ਨਹੀਂ ਰੱਖਿਆ ਜੇ, ਕੁਝ ਨਹੀਂ ਰੱਖਿਆ ਉਹਨਾਂ ਨੇ, ਕੁਝ ਨਹੀਂ ਰੱਖਿਆ ਲੁਕਾ ਕੇ। ਲੁਕਿਆ ਸਾਡੇ ਕੋਲ ਤਦ ਹੀ ਰਹਿੰਦਾ ਹੈ ਜਦੋਂ ਅਸੀਂ ਨਾ ਅੱਖਾਂ ਖੋਲ ਕੇ ਵੇਖਦੇ ਨਹੀਂ ਉੱਧਰ, ਬਸ। ਤੇ ਜਿਹੜੇ ਗੁਰੂ ਕੇ ਸਿੱਖ ਬਣ ਕੇ ਫਿਰ ਵੇਖਦੇ ਨੇ ਨਾ, ਗੁਰੂ ਨਾਨਕ ਸਾਹਿਬ ਕਹਿੰਦੇ ਨੇ ਇਹ ਹੁਣ ਬਗਲੇ ਨਹੀਂ ਹੈਗੇ, ਇਹ ਹੰਸ ਹੋ ਗਏ ਨੇ। ਜਿਨ੍ਹਾਂ ਨੇ ਅੱਖਾਂ ਖੋਲ ਲਈਆਂ ਨਾ, ਵੇਖਣ ਲੱਗ ਪਏ, ਉਹ ਬਗਲੇ ਨਾ ਹੋਏ, ਉਹ ਹੰਸ ਹੋ ਗਏ। ਇੱਥੋਂ ਫਿਰ ਸਤਿਗੁਰੂ ਸ਼ੁਰੂ ਕਰਦੇ ਨੇ ਮਹਾਰਾਜ, ਕਹਿਣ ਲੱਗੇ ਮੇਰੇ ਪੁੱਤਰੋ, ਮੇਰੇ ਬੱਚਿਓ, ਤੁਸੀਂ ਸਾਰੇ ਮੇਰੇ ਹੋ। ਪਹਿਲੀ ਬਾਤ, ਤੁਸੀਂ ਸਾਰੇ ਮੇਰੇ ਹੋ। ਮੈਂ ਤੁਹਾਨੂੰ ਕਿਸੇ ਨੂੰ ਵੀ ਬਗਲਾ ਨਹੀਂ ਬਣਿਆ ਵੇਖਣਾ ਚਾਹੁੰਦਾ, ਤੁਸੀਂ ਬਗਲੇ ਬਣੋ, ਮੈਂ ਨਹੀਂ ਵੇਖਣਾ ਚਾਹੁੰਦਾ। ਔਰ ਕਰਤਾਰ ਨੇ ਮੇਰੀ ਡਿਊਟੀ ਲਗਾਈ ਹੋਈ ਹੈ ਕਿ ਮੈਂ ਬਗਲਿਆਂ ਤੋਂ ਹੰਸ ਕਰ ਦੇਣਾ, ਮੈਂ ਕਰਾਂ। ਤੁਸੀਂ ਧਿਆਨ ਰੱਖੋ, ਹੁਣ ਛੱਪੜੀ ਵਿੱਚ ਨਹਾਉਣਾ ਜੇ ਕਿ ਸਮੁੰਦਰ ਵਿੱਚ ਨਹਾਉਣਾ ਜੇ? ਕਿੱਥੇ ਨਹਾਉਣਾ ਜੇ? ਛੱਪੜੀ ਵਿੱਚ ਨਹਾਉਣਾ ਹੈ ਕਿ ਮਾਨ ਸਰੋਵਰ ਵਿੱਚ ਨਹਾਉਣਾ ਜੇ? ਹੁਣ ਛੱਪੜ ਵਿੱਚ ਨਹਾਉਣ ਦੇ ਨਾਲ ਤਾਂ ਖੰਭ ਸਾਫ਼ ਨਹੀਂ ਹੋਣੇ। ਹਾਂ, ਇੱਕ ਗੱਲ ਜ਼ਰੂਰ ਹੈ ਕਿ ਇੱਥੇ ਨਿੱਕੇ ਨਿੱਕੀਆਂ ਡੱਡਾਂ ਤੇ ਨਿੱਕੀਆਂ ਨਿੱਕੀਆਂ ਮੱਛੀਆਂ ਦੇ ਪੂੰਗ ਫੜੇ ਜਾ ਸਕਦੇ ਨੇ, ਖਾਧੇ ਜਾ ਸਕਦੇ ਨੇ, ਮੁੱਤੀ ਨਹੀਂ ਚੁਗੇ ਜਾ ਸਕਦੇ। ਮਾਨ ਸਰੋਵਰ ਵਿੱਚ ਇਸ਼ਨਾਨ ਕਰੋ, ਤੁਹਾਡਾ ਬਾਹਰ ਵੀ ਨਿਰਮਲ ਹੋ ਜਾਏਗਾ ਤੇ ਤੁਹਾਨੂੰ ਮੋਤੀਆਂ ਦਾ ਖਾਣਾ ਵੀ ਮਿਲ ਜਾਏਗਾ, ਮੋਤੀਆਂ ਦਾ ਚੋਗ ਵੀ ਮਿਲ ਜਾਏਗਾ ਤੇ ਤੁਹਾਨੂੰ ਕੋਈ ਬਗਲਾ ਨਹੀਂ ਆਖੇਗਾ। ਕਿਉਂਕਿ ਜਦੋਂ ਮਾਨ ਸਰੋਵਰ ਵਿੱਚ ਬਹਿ ਜਾਓਗੇ, ਮਾਨ ਸਰੋਵਰ ਤੇ ਬਹਿ ਜਾਓਗੇ, ਫਿਰ ਤੁਹਾਨੂੰ ਹੰਸ ਆਖਿਆ ਜਾਏਗਾ। ਐਵੇਂ ਥੋੜ੍ਹੇ ਚਿਰ ਦੀ ਗੱਲ ਹੁੰਦੀ ਹੈ, ਰੰਗ ਹੁੰਦਾ ਵੀ ਚਿੱਟਾ ਤੇ ਰੰਗ ਹੁੰਦਾ ਵੀ ਚਿੱਟਾ ਹੈ, ਲੱਤਾਂ ਉਹਦੀਆਂ ਵੀ ਉੱਚੀਆਂ ਲੰਬੀਆਂ ਨੇ, ਉਹਦੀਆਂ ਵੀ ਉੱਚੀਆਂ ਲੰਬੀਆਂ ਨੇ, ਬਿਰਤੀ ਦਾ ਹੀ ਫਰਕ ਹੈ। ਮੈਂ ਜੇ ਇਉਂ ਆਖਾਂ, ਅਕਸਰ ਮੈਨੂੰ ਨਾ ਚੇਤਾ ਕਰਾਉਣਾ ਪੈਂਦਾ ਹੈ, ਗੁਰੂ ਦਰਬਾਰ ਦੇ ਵਿੱਚ ਕੋਈ ਬਾਹਰਲੇ ਬੈਠੇ ਹੋਏ ਨੇ? ਬਾਹਰਲੇ ਨਹੀਂ ਬੈਠੇ, ਗੁਰੂ ਕੇ ਕਹਾਉਣ ਵਾਲੇ ਬੈਠੇ ਨੇ। ਸਾਡੇ ਅੰਦਰ ਕਿਤੇ ਨਾ ਬਗਲਾ ਬਿਰਤੀ ਨਾ ਰਹੇ, ਹੰਸ ਬਿਰਤੀ ਹੋ ਜਾਏ, ਹੰਸ ਬਿਰਤੀ ਹੋ ਜਾਏ। ਔਰ ਮਾਨਯੋਗ ਭਾਈ ਸਾਹਿਬ ਹੋਰਾਂ ਨੇ, ਗੁਰਦਾਸ ਜੀ ਨੇ ਇੱਕ ਜਿਹੜਾ ਵਚਨ ਆਖਿਆ ਨਾ, ਮੈਂ ਕਹਿ ਕੇ ਅੱਗੇ ਚੱਲਾਂ, ਕਹਿੰਦੇ ਨੇ ਆਮ ਕੀ ਸਦਰ ਕਤ ਮਿਟਤੇ ਆਂਬਲੀ ਖਾਏ, ਪਿਤਾ ਕੋ ਪਿਆਰ ਨਾ ਪਰੋਸੀ ਪੈ ਪਾਈ ਹੈ, ਸਾਗਰ ਕੀ ਨਿਧ ਕਤ ਪਾਈ ਹੈ ਪੋਖਰ ਸਹਿ, ਦਿਨ ਕਰ ਸਰ ਦੀਪ ਜੋਤ ਨਾ ਪੁਜਾਈ ਹੈ, ਇੰਦਰ ਬਰਖਾ ਸੁਮਾਨ ਪੁਜਸ ਨ ਕੂਪ ਜਲ, ਚੰਦਨ ਸਮਾਨ ਨ ਵਾਸ ਮਹਿਕਾਈ ਹੈ। ਚੰਦਨ ਵਾਂਗੂ ਕਦੀ ਵਾਸ ਵੀ ਮਹਿਕਦਾ ਹੁੰਦਾ ਹੈ। ਸ਼੍ਰੀ ਗੁਰ ਦਇਆਲ ਕੀ ਦਇਆ ਨਾ ਆਣ ਦੇਵ ਮਹਿ, ਜੋ ਖੰਡ ਬ੍ਰਹਮੰਡ ਉਦੈ ਅਸਤਮੈ ਧਾਈ ਹੈ। ਓਏ ਭਲਿਓ, ਸਾਗਰ ਕੀ ਨਿਧ ਕਤ ਪਾਈ ਹੈ ਪੋਖਰ ਸਹਿ, ਪੋਖਰ ਕਹਿੰਦੇ ਨੇ ਛੱਪੜ ਨੂੰ, ਛੱਪੜ ਨੂੰ। ਸਾਗਰ ਦੇ ਖਜ਼ਾਨੇ, ਸਾਗਰ ਦੀਆਂ ਪ੍ਰਾਪਤੀਆਂ ਛੱਪੜਾਂ 'ਚ ਹੋ ਸਕਦੀਆਂ ਨੇ। ਐਵੇਂ ਇੱਧਰ ਉੱਧਰ ਤੁਸੀਂ ਝੱਕ ਮਾਰੋਗੇ। ਸਮੁੰਦਰ ਵਿੱਚ ਇਸ਼ਨਾਨ ਕਰੋ,
ਬਾਹਰੋਂ ਵੀ ਨਿਰਮਲ ਹੋ ਜਾਓਗੇ, ਅੰਦਰੋਂ ਵੀ ਨਿਰਮਲ ਹੋ ਜਾਓਗੇ, ਅੰਦਰੋਂ ਭੁੱਖਾਂ ਵੀ ਸਾਰੀਆਂ ਦੂਰ ਹੋ ਜਾਣਗੀਆਂ। ਵਾਹਿਗੁਰੂ, ਕਿੱਥੇ ਫਿਰ ਕਿੱਥੇ ਇਸ਼ਨਾਨ ਕਰੀਏ? ਮੇਰੇ ਕਹਿਣ ਗੋਚਰੀ ਗੱਲ ਨਹੀਂ। ਜੇ ਮੈਂ ਤੁਹਾਡਾ ਸੇਵਾਦਾਰ ਹਾਂ, ਮੈਨੂੰ ਖਿਮਾ ਕਰ ਦਿਓ ਜੇ ਤੁਸੀਂ ਸਿਰਫ ਗੁਰੂ ਕੇ ਬਚਨਾਂ ਦੀ ਤਾਂ ਤਸ਼ਰੀਹ ਕਰਨ ਦਾ ਇੱਕ ਯਤਨ ਹੈ, ਵਿਆਖਿਆ ਕਰਨ ਦਾ ਯਤਨ ਹੈ, ਕੁਛ ਨਹੀਂ ਹੋਰ। ਗੁਰੂ ਬਾਬਾ ਜੀ ਆਪ ਦੱਸਦੇ ਨੇ, ਮੇਰੇ ਪੁੱਤਰੋ ਆਓ, ਤੁਹਾਨੂੰ ਮੈਂ ਇਸ਼ਨਾਨ ਕਰਨ ਦੀ ਥਾਂ ਦੱਸਾਂ। ਔਰ ਫਿਰ ਨਾ ਸੁੰਦਰ ਲੰਬਾ ਸ਼ਬਦ, ਸੁੰਦਰ ਲੰਬੇ ਬਚਨ ਮਹਾਰਾਜ ਕਿਵੇਂ ਉਚਾਰਨ ਕਰਦੇ ਨੇ। ਮੈਂ ਆਪਣੇ ਵੀਰ ਭਾਈ ਸਾਹਿਬ ਗਿਆਨੀ ਕੁਲਦੀਪ ਸਿੰਘ ਹੋਰਾਂ ਨੂੰ ਬੇਨਤੀ ਕਰਾਂਗਾ, ਸੁੰਦਰ ਢੰਗ ਨਾਲ, ਪਿਆਰ ਨਾਲ ਸਾਨੂੰ ਫਿਰ ਸ਼ਬਦ ਦਾ ਪਾਠ ਸਰਵਣ ਕਰਵਾਓ, ਸਾਰੇ ਰਸਨਾ ਪਵਿੱਤਰ ਕਰੀਏ। ਬੋਲੋ ਜੀ ਵਾਹਿਗੁਰੂ, ਬੋਲੋ ਜੀ ਵਾਹਿਗੁਰੂ, ਬੋਲੋ ਜੀ ਵਾਹਿਗੁਰੂ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਧਨਾਸਰੀ ਮਹੱਲਾ ਪਹਿਲਾ, ਘਰ ਦੂਜਾ, ਅਸ਼ਟਪਦੀਆ। ਇੱਕ ਓੰਕਾਰ ਸਤਿਗੁਰ ਪ੍ਰਸਾਦ, ਗੁਰ ਸਾਗਰ ਰਤਨੀ ਭਰਪੂਰੇ। ਕੋਈ ਭੁਲੇਖਾ ਤਾਂ ਨਹੀਂ ਪਏਗਾ ਨਾ? ਜੇ ਛੱਪੜੀ ਦੇ ਬਾਬਤ ਸਿੱਧਾ ਸ਼ਬਦ ਵਰਤ ਕੇ ਸਾਨੂੰ ਚੇਤਨ ਕਰ ਦਿੱਤਾ, ਨਾ ਇਹਦੇ 'ਚ ਚੱਲ। ਤੇ ਜੇ ਸਵਾਲ ਕੀਤੇ ਜਾਵੇ ਕਿ ਬਾਬਾ ਜੀ ਫਿਰ ਮੈਂ ਕਿੱਥੇ ਇਸ਼ਨਾਨ ਕਰਾਂ, ਮੇਰੇ ਪਿਤਾ ਜੀ ਕਿੱਥੇ ਇਸ਼ਨਾਨ ਕਰਾਂ, ਕਹਿੰਦੇ ਨੇ ਗੁਰ ਸਾਗਰ, ਗੁਰੂ ਸਮੁੰਦਰ ਹੈ, ਅਥਾਹ ਜਲ ਵਾਲਾ। ਤੇ ਕੇਵਲ ਅਥਾਹ ਜਲ ਵਾਲਾ ਹੀ ਨਹੀਂ, ਵੀ ਇੱਥੇ ਖੰਭ ਸਾਫ਼ ਹੋ ਜਾਂਦੇ ਨੇ, ਰਤਨੀ ਭਰਪੂਰ ਹੈ, ਸ਼ੁਭ ਰਤਨਾਂ ਦੇ ਨਾਲ, ਡਾਇਮੰਡਸ ਦੇ ਨਾਲ ਵੀ ਭਰਪੂਰ ਹੈ, ਸ਼ੁਭ ਗੁਣਾਂ ਦੇ ਨਾਲ ਵੀ ਭਰਪੂਰ ਹੈ। ਅੰਮ੍ਰਿਤ ਸੰਤ ਚੁਗਹ ਨਹੀਂ ਦੂਰੇ। ਜਿਹੜੇ ਗੁਰੂ ਕੇ ਪਿਆਰ ਵਾਲੇ ਨੇ, ਸਤ ਨਾਲ ਜੁੜਨ ਦੀ ਭਾਵਨਾ ਵਾਲੇ ਨੇ, ਸਤ ਦੇ ਢੁੰਡਾਊ ਨੇ ਸੰਤ। ਕੇਵਲ ਨੰਗੀਆਂ ਲੱਤਾਂ ਵਾਲਿਆਂ ਨੂੰ ਸੰਤ ਨਹੀਂ ਕਿਹਾ ਜਾਂਦਾ, ਅਸੀਂ ਕਹਿੰਦੇ ਹਾਂ, ਉਹ ਕਹਾਉਂਦੇ ਨੇ। ਪਰ ਮੈਂ ਤਾਂ ਕਿਤਨੀ ਵਾਰ ਬੇਨਤੀ ਕਰਿਆ ਕਰਦਾ, ਹਰ ਸਿੱਖ ਗੁਰੂ ਕਾ ਹਰ ਪਿਆਰਾ, ਹਰ ਇੱਕ ਪਿਆਰਾ ਜੋ ਅੰਮ੍ਰਿਤ ਵੇਲੇ ਜੁੜ ਬੈਠਦਾ ਹੈ ਨਾ ਸਤ ਪਰਮੇਸ਼ਰ ਦੇ ਨਾਲ, ਉਹ ਸੰਤ ਹੀ ਹੈ, ਉਹ ਸੰਤ ਹੈ। ਜਿਹੜਾ ਅੰਮ੍ਰਿਤ ਵੇਲੇ ਜੁੜ ਬੈਠਦਾ ਹੈ, ਉਹ ਸਾਰੀ ਦਿਹਾੜੀ ਵੀ ਜੁੜਿਆ ਰਹਿੰਦਾ ਤੇ ਜੁੜਿਆ ਰਹੇ। ਔਰ ਇਹ ਵਿਆਖਿਆ ਗੁਰੂ ਸਾਹਿਬ ਨੇ ਕੀਤੀ, ਜਿਨ੍ਹਾਂ ਸਾਸ ਗਿਰਾਸ ਨਾ ਵਿਸਰੈ, ਹਰਿ ਨਾਮਾ ਮਨ ਮੰਤ ਧਨ ਸੇ ਸੇਈ ਨਾਨਕਾ ਪੂਰਨ ਸੋਈ। ਇਹੀ ਵਿਆਖਿਆ ਕੀਤੀ ਹੈ, ਲਿਬਾਸਾਂ ਦੀ ਗੱਲ ਨਹੀਂ ਕੀਤੀ, ਚੌਂਪੜੀਆਂ ਵਾਲਿਆਂ ਕਿਤੇ ਡੇਰਿਆਂ ਵਾਲਿਆਂ ਦੀ ਗੱਲ ਨਹੀਂ ਕੀਤੀ। ਮੈਂ ਕਹਿੰਦਾ ਹਰ ਸਿੱਖ ਨੂੰ ਸਤਿਗੁਰਾਂ ਨੇ ਸੰਤ ਬਣਾਇਆ ਹੈ, ਹਰ ਸਿੱਖ ਨੂੰ ਬਣਾਉਣਾ ਚਾਹਿਆ ਹੈ। ਪਰ ਇਹੋ ਜਿਹਾ ਜਿਹੜਾ ਨਹੀਂ ਬਣਿਆ ਬਣੇ। ਤੇ ਸੰਤ ਕੀ ਕਰਦੇ ਨੇ? ਅੰਮ੍ਰਿਤ ਸੰਤ ਚੁਗਹਿ ਨਹੀਂ ਦੂਰੇ। ਉਹ ਕਿਤੇ ਇੱਧਰ ਉੱਧਰ ਨਹੀਂ ਜਾਂਦੇ, ਉਹ ਗੁਰੂ ਸਮੁੰਦਰ ਦੇ ਵਿੱਚ ਨਾ ਟੁੱਬੀਆਂ ਮਾਰਦੇ ਨੇ, ਔਰ ਇੱਥੇ ਫਿਰ ਮੋਤੀ ਚੁਗਦੇ ਹਨ ਜੀ। ਹਰ ਰਸ ਚੋਗ ਚੁਗਹ ਪ੍ਰਭ ਭਾਵੈ। ਉਹ ਐਸਾ ਚੋਗਾ ਚੁਗਦੇ ਨੇ ਜਿਹਨੂੰ ਹਰੀ ਰਸ ਕਿਹਾ ਜਾਂਦਾ ਹੈ। ਹਰੀ ਰਸ, ਹਰ ਰਸ ਚੋਗ ਚੁਗੇ ਪ੍ਰਭ ਭਾਵੈ। ਉਹਨਾਂ ਨੂੰ ਕਰਤਾਰ ਚੰਗਾ ਲੱਗਦਾ ਹੈ, ਕਰਤਾਰ ਉਹਨਾਂ ਨੂੰ ਚੰਗਾ ਲੱਗਦਾ ਹੈ। ਹੁਣ ਇੱਥੇ ਆਇਓ ਵੀ ਪਾਤਸ਼ਾਹ ਆਖਦੇ ਨੇ ਪ੍ਰਭੂ ਨੂੰ ਵੀ ਉਹ ਸਾਰਾ ਚੰਗਾ ਲੱਗਦਾ ਹੈ, ਐਸਾ ਸੰਤ ਜੀ। ਸਰਵਰ ਮਹਿ ਹੰਸ ਪ੍ਰਾਨਪਤ ਪਾਵੈ। ਸਰਵਰ ਮੈਂ ਹੰਸ ਪ੍ਰਾਨਪਤ ਪਾਵੈ। ਇਸ ਸਰਵਰ ਵਿੱਚ, ਇਸ ਸਰੋਵਰ ਵਿੱਚ। ਹੁਣ ਇਵੇਂ ਹੀ ਨਾ ਇੱਕ ਕਥਾ ਪ੍ਰਚਲਿਤ ਹੈ, ਮਾਨ ਸਰੋਵਰ ਕਿਹਾ ਜਾਂਦਾ ਹੈ। ਮਾਨ ਸਰੋਵਰ ਝੀਲ ਜਿਹੜੀ ਕੈਲਾਸ਼ ਪਰਬਤ 'ਤੇ ਹੈ। ਸਤਿਗੁਰੂ ਮਹਾਰਾਜ ਗੁਰੂ ਨਾਨਕ ਸਾਹਿਬ ਕਦੀ ਗਏ ਸਨ ਉੱਥੇ, ਜਦੋਂ ਸਿੱਧਾਂ ਨੂੰ ਮਿਲਣ ਵਾਸਤੇ ਗਏ।
ਮਾਨਸਰੋਵਰ ਝੀਲ ਤੋਂ ਹੋ ਕੇ ਆਏ ਸਨ। ਮੈਂ ਤਾਂ ਨਹੀਂ ਜਾ ਸਕਿਆ ਨਾ, ਸ਼ਾਇਦ ਤੁਹਾਡੇ ਵਿੱਚੋਂ ਕੋਈ ਅਜੇ ਨਾ ਜਾ ਸਕਿਆ ਹੋਵੇ। ਤੇ ਗੱਲ ਕੇਵਲ ਨਾ ਉਸ ਮਾਨਸਰੋਵਰ ਦੀ ਨਹੀਂ ਹੈ ਜੇ, ਇਹ ਵੀ ਚੇਤਾ ਰੱਖਣਾ। ਸਾਨੂੰ ਪਹਾੜਾਂ ਤੇ ਮਾਨਸਰੋਵਰ ਤੇ ਇਸ਼ਨਾਨ ਕਰਨ ਜਾਣ ਦੀ ਲੋੜ ਨਹੀਂ। ਇਸ ਵੇਲੇ ਚਾਈਨਾ ਦੇ ਇਲਾਕੇ ਵਿੱਚ ਹੈ ਮਾਨਸਰੋਵਰ, ਭਾਵੇਂ ਸਾਡੇ ਯਾਤਰੀ ਜਾਂਦੇ ਨੇ ਉੱਥੇ। ਜਿੱਥੇ ਤੁਸੀਂ ਬੈਠੇ ਹੋਏ ਹੋ ਨਾ, ਜਿੱਥੇ ਜੁੜੇ ਹੋਏ ਹੋ, ਜਿੱਥੇ ਆਸਾ ਕੀ ਵਾਰ ਹੋ ਰਹੀ ਹੈ, ਜਿੱਥੇ ਸ਼ਬਦ ਦੀ ਵਿਚਾਰ ਹੋ ਰਹੀ ਹੈ, ਯਾਦ ਰੱਖਿਓ ਜੇ ਇਹ ਗੁਰੂ ਕੇ ਮਾਨਸਰੋਵਰ ਨੇ। ਇਹ ਥਾਂ ਥਾਂ ਤੇ ਮਾਨਸਰੋਵਰ, ਥਾਂ ਥਾਂ ਤੇ। ਕਿਸੇ ਲੱਭਣ ਜਾਣ ਵਾਸਤੇ ਜਾਂ ਲੱਭਣ ਜਾਣ ਦੀ ਜ਼ਰੂਰਤ ਨਹੀਂ ਹੈ ਜੇ। ਕਿਤੇ ਐਵੇਂ ਨਾ ਤੁਰ ਪਿਓ ਜੇ, ਕੋਈ ਤੁਰ ਪਵੇ। ਸਰਵਰ ਮੈਂ ਹੰਸ ਪ੍ਰਾਣਪਤ ਪਾਵੈ। ਇਸ ਮਾਨਸਰੋਵਰ ਦੇ ਵਿੱਚੋਂ, ਇਸ ਸਰਵਰ ਦੇ ਵਿੱਚੋਂ ਮੋਤੀ ਨਹੀਂ ਮਿਲਦੇ ਵਾਹਿਗੁਰੂ, ਮੋਤੀਆਂ ਦਾ ਮਾਲਕ ਮਿਲ ਜਾਂਦਾ ਹੈ। ਕੇਵਲ ਡਾਇਮੰਡਸ ਹੀ ਨਹੀਂ ਮਿਲਦੇ, ਡਾਇਮੰਡਸ ਦਾ ਮਾਲਕ ਮਿਲ ਜਾਂਦਾ ਹੈ। ਪ੍ਰਾਣਪਤੀ, ਕਰਤਾਰ ਨਾਲ ਸਦੀਵੀ ਸਾਂਝਾਂ ਬਣ ਜਾਂਦੀਆਂ ਨੇ। ਸਿਮਰੋਂ, ਇਉਂ ਫਿਰ ਬਚਨ ਕੀਤਾ ਨਾ ਪੰਜਵੇਂ ਪਾਤਸ਼ਾਹ ਨੇ, ਸਿਮਰੋਂ ਸਿਮਰ ਸਿਮਰ ਸੁਖ ਪਾਵੋਂ, ਸਾਸ ਸਾਸ ਸੰਭਾਲੇ। ਬੋਲੋ ਸਾਰੇ, ਇਹ ਲੋਕ ਪਰਲੋਕ ਸੰਗ ਸਹਾਈ, ਜਤਕਤ ਮੋਹੇ ਰਖਵਾਲੇ। ਗੁਰ ਕਾ ਬਚਨ ਬਸੈ ਜੀ ਨਾਲੇ, ਜਲ ਨਹੀਂ ਡੂਬੈ। ਬੋਲੋ ਸਾਰੇ, ਜਲ ਨਹੀਂ ਡੂਬੈ, ਤਸਕਰ ਨਹੀਂ ਲੇਬੈ, ਭਾਏ ਨਾ ਸਾਕੈ ਜਾਲੇ। ਕਿਹਨਾਂ ਦੀ ਗੱਲ ਹੋ ਰਹੀ ਹੈ? ਜਿਨ੍ਹਾਂ ਰਤਨਾਂ ਦਾ ਇੱਥੇ ਜ਼ਿਕਰ ਹੈ ਅੱਜ, ਜਿਨ੍ਹਾਂ ਰਤਨਾਂ ਦਾ ਜ਼ਿਕਰ ਹੈ। ਇਹ ਹੁਣੇ ਹੁਣੇ ਅਸਾਂ ਨੇ ਸੁਣਿਆ ਨਾ, ਇਹ ਬਗਲਿਆਂ ਵਾਲੀਆਂ ਬਿਰਤੀਆਂ ਨੇ। ਲੱਖ ਚੋਰੀਆਂ, ਲੱਖ ਜਾਰੀਆਂ, ਲੱਖ ਕੂੜੀਆਂ, ਲੱਖ ਗਾਲ, ਲੱਖ ਠੱਗੀਆਂ, ਪੈ ਨਾਮੀਆਂ, ਰਾਤ ਦਿਨ ਜੀ ਨਾਲ। ਇਹ ਬਗਲਿਆਂ ਦੀ ਬਾਤ ਹੈ ਸਾਰੀ। ਔਰ ਗੁਰੂ ਨਾਨਕ ਨੂੰ ਚੰਗੀ ਨਹੀਂ ਲੱਗਦੀ ਸਾਹਿਬ ਸੱਚੇ ਪਾਤਸ਼ਾਹ ਨੂੰ। ਮੈਨੂੰ ਇਉਂ ਜਾਪਦਾ ਹੈ ਜਿਵੇਂ ਹਰ ਰੋਜ਼ ਅੰਮ੍ਰਿਤ ਵੇਲੇ ਨਾ ਸਤਿਗੁਰੂ ਇਹ ਬਚਨ ਕਰਕੇ ਨਾ ਕਹਿੰਦੇ ਨੇ, ਯਾਰ ਤੁਸੀਂ ਰੋਜ਼ ਮੇਰੇ ਕੋਲੇ ਆ ਕੇ ਫਿਰ ਤੁਹਾਡੇ ਅੰਦਰ ਚੋਰੀ ਬਿਰਤੀ ਹੋਵੇ, ਫਿਰ ਠੱਗੀ ਬਿਰਤੀ ਹੋਵੇ, ਫਿਰ ਮੰਦੀ ਤੁਹਾਡੀ ਗੰਦੀ ਜ਼ਬਾਨ ਹੋਵੇ, ਰਾਤ ਦਿਨ ਸਜੀ ਨਾਲ। ਧਿਆਨ ਕਰੋ ਹਾਂ ਤੁਸੀਂ, ਇਹ ਕੱਢੋ ਆਪਣੇ ਅੰਦਰੋਂ। ਔਰ ਇਹ ਕੱਢ ਕੇ ਨਾ ਆਪਣੇ ਅੰਦਰ ਸਤ ਲਿਆਓ, ਸੰਤੋਖ ਲਿਆਓ, ਦਇਆ ਲਿਆਓ, ਧਰਮ ਲਿਆਓ, ਧੀਰਜ ਲਿਆਓ, ਨਿਮਰਤਾ ਲਿਆਓ, ਪਿਆਰ ਲਿਆਓ, ਛਿਮਾ ਲਿਆਓ, ਬਹਾਦਰੀ ਲਿਆਓ, ਸੂਰਮਤਾਈ ਲਿਆਓ, ਸ਼ਹਾਦਤ ਲਿਆਓ, ਸੇਵਾ ਲਿਆਓ। ਜਿਨ੍ਹਾਂ ਗੁਣਾਂ ਦੀ ਸਾਰੀ ਦੁਨੀਆ ਪੂਜਾ ਕਰਦੀ ਹੈ। ਤੁਹਾਨੂੰ ਤਾਂ ਸੌਖੇ ਢੰਗ ਦੇ ਨਾਲ ਮੈਂ ਸਮਝਾ ਦਿੱਤਾ, ਸੌਖੇ ਰਾਹੀਂ ਤੋਰਿਆ ਹੋਇਆ ਸੀ, ਸੌਖੇ ਤੁਹਾਨੂੰ ਤੋਰਿਆ ਸੀ। ਤੁਰੋ ਇਸ ਪਾਸੇ। ਔਰ ਜਿਹੜਾ ਵੀ ਤੁਰਦਾ ਹੈ, ਸਰਵਰ ਮੈਂ ਹੰਸ ਪ੍ਰਾਣਪਤੀ ਪਾਵੈ। ਉਹ ਕੇਵਲ ਮੋਤੀ ਹੀ ਨਹੀਂ ਚੁਗਦਾ, ਸ਼ੁਭ ਗੁਣਾਂ ਦਾ ਧਾਰਨੀ ਹੀ ਨਹੀਂ ਹੁੰਦਾ, ਉਹ ਗੁਣਾਂ ਵਾਲੇ ਗੁਣੀ ਨਿਧਾਨ ਦਾ ਰੂਪ ਹੋ ਜਾਂਦਾ ਹੈ। ਇਉਂ ਬਾਬਾ ਜੀ ਸਮਝਾ ਰਹੇ ਨੇ ਜੀ। ਕਿਆ ਬਗ ਬਪੜਾ ਛਪੜੀ ਨਾਏ, ਹਾਂਜੀ, ਕੀਚੜ ਡੂਬੈ ਮੈਲ ਨਾ ਜਾਏ। ਬਗਲਾ ਜਿਹੜਾ ਛੱਪੜੀ ਵਿੱਚ ਨਹਾਉਂਦਾ ਹੈ, ਡੁੱਬਦਾ ਹੈ, ਭਾਵ ਟੁੱਬੀ ਮਾਰਦਾ ਹੈ, ਪਰ ਬਾਵਜੂਦ ਟੁੱਬੀ ਮਾਰਨ ਦੇ ਵੀ ਮੈਲ ਨਾ ਜਾਏ, ਉਹਦੀ ਮੈਲ ਨਹੀਂ ਨਿਵਰਤ ਹੁੰਦੀ। ਇੱਕ ਸਾਖੀ ਨਾ ਹਵਾਲਾ ਮੈਂ ਸੰਖੇਪ ਨਾਲ ਹੀ, ਸੰਖੇਪਤਾ ਨਾਲ ਹੀ ਕੇਵਲ ਦੇ ਸਕਾਂਗਾ। ਸਤਿਗੁਰੂ ਮਹਾਰਾਜ ਚਲਦੇ ਚਲਦੇ ਨਾ ਗੁਰੂ ਨਾਨਕ ਸਾਹਿਬ ਜਿਸ ਵੇਲੇ ਢਾਕਾ ਗਏ ਨੇ, ਢਾਕਾ ਜਿਹੜਾ ਇਸ ਵੇਲੇ ਕੈਪੀਟਲ ਸਿਟੀ ਹੈ ਬੰਗਲਾਦੇਸ਼ ਦਾ, ਢਾਕੇ ਤੋਂ ਨਾ ਬਾਅਦ 5-7 ਮੀਲ ਦੀ ਦੂਰੀ ਤੇ ਇੱਕ ਸਥਾਨ ਸੀ, ਉੱਥੇ ਗਏ। ਮਰਦਾਨਾ ਜੀ ਨੇ ਇੱਛਾ ਪ੍ਰਗਟ ਕੀਤੀ, ਭੁੱਖ ਲੱਗੀ ਹੈ, ਭੋਜਨ ਪਾਉਣਾ। ਸਤਿਗੁਰੂ ਕਹਿਣ ਲੱਗੇ ਚਲੇ ਜਾਓ ਇੱਧਰ, ਜਿੱਥੇ ਚੰਗਾ ਜਿਹਾ ਤੁਸੀਂ ਵੇਖੋ ਨਾ, ਸੋਹਣਾ ਜਿਹਾ ਫਾਟਕ ਲੱਗਾ ਹੋਇਆ ਹੈ, ਗੇਟ ਬਣਿਆ ਹੋਇਆ ਹੈ, ਸਾਰਾ ਕੁਝ ਅੱਛਾ ਹੈ, ਧਨੀ ਹੈ ਉਹ, ਉੱਥੇ ਜਾ ਕੇ ਆਖਿਓ ਜੇ
ਉੱਥੋਂ ਹੀ ਪ੍ਰਸ਼ਾਦਾ ਛਕ ਕੇ ਤੇ ਫਿਰ ਮੁੜ ਆਇਓ ਜੇ ਠੀਕ ਹੋ ਜਾਏਗਾ। ਗਏ ਤੇ ਮੁੜ ਕੇ ਨਹੀਂ ਆਏ। ਕੁਝ ਛਿਨ ਬੀਤੇ, ਕੁਝ ਪਲ ਬੀਤੇ। ਕੌਤਕੀ ਸਤਿਗੁਰੂ ਮਹਾਰਾਜ ਜਾਣਦੇ ਸਨ, ਜਾਣਦੇ ਸਨ। ਫਿਰ ਆਪ ਉੱਠ ਕੇ ਤੁਰ ਪਏ। ਨਾ ਲੱਭਣ ਦੀ ਲੋੜ ਸੀ, ਨਾ ਕਿਸੇ ਕੋਲੋਂ ਪੁੱਛਣ ਦੀ ਲੋੜ ਸੀ। ਫਿਰ ਉੱਥੇ ਜਾ ਖੜੋਤੇ ਤੇ ਜਾ ਕੇ ਨਾ ਬੁਲੰਦ ਆਵਾਜ਼ ਨਾਲ ਸਤਿਕਰਤਾਰ, ਆਵਾਜ਼ ਅੰਦਰ ਚਲੀ ਗਈ। ਇੱਕ ਸੇਵਕਾ ਆਈ, ਉਸਨੇ ਆ ਕੇ ਦਰਵਾਜ਼ੇ 'ਚ ਦੇਖਿਆ ਬਾਬਾ ਜੀ ਖੜੋਤੇ ਹੋਏ ਨੇ, ਗੁਰੂ ਪਿਤਾ ਖੜੋਤੇ ਹੋਏ ਨੇ। ਆਪਣੀ ਮਾਲਕਣ ਨੂੰ ਆਖਿਆ, ਬਾਹਰ ਆ ਗਈ। ਹੁਣ ਜਦੋਂ ਦਰਸ਼ਨ ਕੀਤੇ ਨਾ, ਦਰਸ਼ਨਾਂ ਦੀ ਫਿਰ ਆਪਣੀ ਬਾਤ ਸੀ ਨਾ, ਆਪਣੀ ਬਾਤ ਸੀ। ਸਾਣੀਓ ਰੱਬ ਰੂਪ, ਬੰਦਿਆਂ ਵਾਲੀ ਤਾਂ ਗੱਲ ਹੀ ਕੋਈ ਨਹੀਂ ਸੀ ਨਾ, ਬਹੁਤ ਅੱਗੇ ਸਨ। ਮਾਨ ਕੁਕਾ ਕਰ ਰੂਪ ਨਾ ਜਾਣ, ਰੱਬ ਰੂਪ ਸਨ, ਤਜਸਵੀ ਚਿਹਰਾ ਸੀ। ਆਓ ਹੁਕਮ ਕਰੋ ਬਾਬਾ ਜੀ। ਗੁਰਦੇਵ ਕਹਿਣ ਲੱਗੇ, ਧੀਏ ਅੰਦਰ ਨਾ ਸਾਡਾ ਇੱਕ ਸਿੱਖ ਤੂੰ ਬਿਠਾਇਆ ਹੋਇਆ ਹੈ, ਸਾਡਾ ਸਾਥੀ ਬਿਠਾਇਆ ਹੋਇਆ ਹੈ, ਲੈ ਆ। ਇਨਕਾਰ ਕੀ ਕਰੇ? ਸਮਝ ਗਈ ਜਿਹੜੇ ਇੱਥੋਂ ਤੱਕ ਪਹੁੰਚ ਗਏ ਨੇ, ਇਹਨਾਂ ਅੱਗੇ ਇਨਕਾਰ ਨਹੀਂ ਕੀਤਾ ਜਾ ਸਕਦਾ। ਉਹਨੂੰ ਸੇਵਕਾਂ ਨੂੰ ਆਖਿਆ, ਲੈ ਅੰਦਰੋਂ। ਮਰਦਾਨਾ ਬਾਹਰ ਆ ਗਏ, ਭਾਈ ਜੀ ਬਾਹਰ ਆ ਗਏ। ਕੁਝ ਸਮਝ ਆ ਗਈ ਉਸ ਨੂੰ। ਆ ਜਾਓ ਬੈਠੋ, ਚਰਨ ਪਾਓ। ਸਤਿਗੁਰੂ ਆਏ ਚਰਨ ਪਾਉਣ ਵਾਸਤੇ ਸਨ। ਬਹਿ ਗਏ। ਮਰਦਾਨਿਆਂ ਰਬਾਬ ਖੋਲ, ਰਬਾਬ ਛੇੜ। ਸਤਿਗੁਰੂ ਮਹਾਰਾਜ ਸੁੰਦਰ ਸਵਰ ਦੇ ਵਿੱਚ ਨਾ, ਵਾਹਿਗੁਰੂ ਕੈਸਾ ਕੀਰਤਨ ਕਰਦੇ ਹੋਣਗੇ ਉਹ, ਕੈਸਾ, ਉਹੀ ਜਾਣਦੇ ਨੇ ਕੈਸਾ ਕੀਰਤਨ ਸੀ ਉਹਨਾਂ ਦਾ। ਤੇ ਬਚਨ ਕਹਿੰਦੇ ਨੇ, ਗੱਲੀ ਅਸੀਂ ਚੰਗੀਆਂ, ਅਚਾਰੀ ਬੁਰੀਆਂ, ਮਨੋਂ ਕੁਸੁੱਧਾਂ ਕਾਲੀਆਂ, ਬਾਹਰ ਚਿੱਟਵੀਆਂ, ਰੀਸਾਂ ਕਹੇ ਤਿਨਾੜੀਆਂ, ਜੋ ਸੇਵੇਂ ਦਰ ਖੜੀਆਂ, ਨਾਲ ਖਸਮੈ ਰਤੀਆਂ, ਮਾਣੇ ਸੁਖ ਰਲੀਆਂ। ਹੈਂ, ਗੱਲੀ ਅਸੀਂ ਚੰਗੀਆਂ, ਅਚਾਰੀ ਬੁਰੀਆਂ, ਮਨੋਂ ਕੁਸੁੱਧਾਂ ਕਾਲੀਆਂ। ਸਤਿਗੁਰੂ ਨਾਲ ਸ਼ਬਦ ਦਾ ਨਿਬੇੜਾ ਨਹੀਂ ਕਰਿਆ ਕਰਦੇ ਸਨ। ਪਹਿਲਾਂ ਰਾਗੀ ਆਖਿਆ ਕਰਦੇ ਸਨ, ਇਸ ਢੰਗ ਦੇ ਨਾਲ ਨਾ ਸ਼ਬਦ ਸਰਵਣ ਕਰਵਾਓ, ਸ਼ਬਦ ਖਿੜ ਜਾਏ, ਖਿੜ ਜਾਏ। ਕੀ ਭਾਵ ਹੁੰਦਾ ਸੀ ਉਹਨਾਂ ਦਾ? ਸ਼ਬਦ ਦੇ ਅਰਥ ਖਿੜ ਜਾਣ। ਔਰ ਜਦ ਤੱਕ ਸ਼ਬਦ ਦੇ ਅਰਥ ਨਹੀਂ ਖਿੜਨਗੇ ਨਾ, ਧਰਿਓ ਅਰਥ ਜੋ ਸ਼ਬਦ ਮਝਾਰਾ, ਉੱਥੋਂ ਤੱਕ ਪਹੁੰਚ ਨਹੀਂ ਹੁੰਦੀ। ਫਿਰ ਬੀਬੀ ਨੇ ਸੁਣਿਆ, ਨੂਰ ਸ਼ਾਹ ਦਾ ਨਾਂ ਸੀ, ਬਹਿ ਗਈ। ਫਿਰ ਬਾਬਾ ਕੀ ਖਾਓਗੇ? ਮੈਂ ਕੀ ਲੈ ਕੇ ਆਵਾਂ? ਕਹਿਣ ਲੱਗੇ, ਖਾਵਾਂਗੇ ਤਾਂ ਜ਼ਰੂਰ, ਪਰ ਨੂਰ ਸ਼ਾਹ ਕੋਲੋਂ ਨਹੀਂ ਖਾਧਾ ਜਾ ਸਕਦਾ। ਕਹਿੰਦੀ, ਕੀ ਗੱਲ ਹੈ ਬਾਬਾ? ਮੈਂ ਤੁਹਾਡੀ ਧੀ, ਮੈਂ ਤੁਹਾਡੀ ਬੱਚੀ, ਕਿਉਂ ਨਹੀਂ ਖਾਧਾ ਜਾ ਸਕਦਾ? ਮੈਨੂੰ ਐਂ ਜਾਪਦਾ ਜਿਵੇਂ ਅੱਜ ਦੇ ਨੂੰ ਸੰਕਲਪ ਵਿੱਚ ਕਹਿੰਦੇ ਨੇ, ਬਗਲਿਆਂ ਕੋਲੋਂ ਕੀ ਖਾਣਾ ਹੋਇਆ? ਬਗਲਿਆਂ ਕੋਲੋਂ ਪਖੰਡ ਕਰਦੇ ਨੇ, ਪ੍ਰਪੰਚ ਕਰਦੇ ਨੇ ਕਿ ਹੰਸ ਨੇ। ਜੇ ਕਰਤਾਰ ਨੇ ਕਿਰਪਾ ਕੀਤੀ, ਤੈਨੂੰ ਤੌਫੀਕ ਦਿੱਤੀ, ਤੈਨੂੰ ਸ਼ਕਤੀ ਦਿੱਤੀ, ਕੋਈ ਜੰਤਰਾਂ ਮੰਤਰਾਂ ਵਾਲੀ ਗੱਲ ਤੇਰੇ ਵਿੱਚ ਆ ਗਈ, ਕੋਈ ਸਿੱਧੀ ਆ ਗਈ, ਉਹਨੂੰ ਭਲੇ ਹਿੱਤ ਵਰਤਦੀ ਤੂੰ। ਆਪ ਠੀਕ ਚੱਲਦੀ, ਆਪਣਾ ਪਰਿਵਾਰ ਬਣਾਉਂਦੀ, ਪਰਿਵਾਰ ਵਸਾਉਂਦੀ, ਆਪਣਾ ਸੇਵਾ ਕਰਦੀ ਮਨੁੱਖਤਾ ਦੀ। ਤੂੰ ਕਿਹੜੇ ਪਾਸੇ ਤੁਰੀ ਹੋਈ ਹੈ? ਲੋਕਾਂ ਨੂੰ ਭੇਡੂ ਬਣਾਉਣ ਵਾਲੇ ਪਾਸੇ।
ਤੂੰ ਕਿਹੜੇ ਪਾਸੇ ਤੁਰੀ ਹੋਈ ਹੈ? ਤੇਰੇ ਹੱਥ ਦਾ ਕਿਵੇਂ ਖਾਧਾ ਜਾ ਸਕਦਾ ਹੈ? ਮੇਰੇ ਕੋਲੋਂ ਨਾ ਬਦੋ ਬਦੀ ਨਾ ਵਾਰਤਾ ਲੰਬੀ ਹੋ ਜਾਂਦੀ, ਹੋ ਗਈ ਹੈ, ਖਿਮਾ ਕਰ ਦੇਣਾ ਮੈਨੂੰ। ਹੱਥ ਜੋੜੇ ਉਸ ਕਹਿੰਦੇ, ਬਾਬਾ ਮੇਰਾ ਨਾਂ ਨੂਰ ਸ਼ਾਹ ਤਾਂ ਹੈ ਹੀ ਨਹੀਂ ਸੀ, ਮੇਰਾ ਨਾਂ ਤਾਂ ਪਾਰਬਤੀ ਸੀ। ਭਾਈ ਵੀਰ ਸਿੰਘ ਹੋਣੀ ਨਾ ਬੜਾ ਸੋਹਣਾ ਵਿਸਥਾਰ ਦੇ ਦਿੰਦੇ ਨੇ। ਮੇਰਾ ਬਾਪ ਇੱਕ ਨੂਰ ਸ਼ਾਹ ਫਕੀਰ ਦਾ ਤਾਂਤਰਿਕ ਦਾ ਚੇਲਾ ਬਣ ਗਿਆ, ਕਿਸੇ ਤਰ੍ਹਾਂ ਪ੍ਰਭਾਵ ਥੱਲੇ ਆ ਗਿਆ। ਉਹ ਐਵੇਂ ਕਰਿਆ ਕਰਦਾ ਸੀ ਤਾਂਤਰਿਕ। ਉਸਨੇ ਮਰਨ ਲੱਗਿਆ ਨਾ ਮੇਰੇ ਬਾਪ ਨੂੰ ਆਪਣਾ ਨਾਮ ਦੇ ਕੇ ਤੇ ਆਪਣੇ ਡੇਰੇ ਦਾ ਮਾਲਕ ਬਣਾਤਾ। ਮੇਰਾ ਬਾਪ ਤਾਂਤਰਿਕ ਬਣ ਗਿਆ। ਲੋਕ ਬੜੇ ਆਉਂਦੇ ਸਨ, ਮੱਥੇ ਟੇਕਦੇ ਸਨ, ਧਨ ਵੀ ਆਉਂਦਾ ਸੀ। ਹੁਣ ਜਿੰਦੇ ਕੋਲ ਧਨ ਆਵੇ, ਸਾਰਾ ਕੁਝ ਹੀ ਹੌਲੀ 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 ਕਰਕੇ ਨਾ ਉਹਦਾ ਸੰਸਾਰ ਵੱਡਾ ਹੁੰਦਾ ਜਾਂਦਾ ਹੈ। ਤੇ ਜਿੰਦਾ ਜਿੰਨਾ ਸੰਸਾਰ ਵੱਡਾ ਹੈ ਓਨੀ ਮਾਨਤਾ ਲੋਕ ਵਧੇਰੇ ਕਰਨ ਲੱਗ ਪੈਂਦੇ ਨੇ, ਪੀੜ ਭੜਕਾ ਵੇਖ ਕੇ। ਮੇਰਾ ਬਾਪ ਮਰਨ ਲੱਗਾ, ਮੈਨੂੰ ਕਹਿਣ ਲੱਗਾ, ਧੀਏ ਪਾਰਬਤੀਏ ਤੂੰ ਮੇਰੀ ਇਕਲੌਤੀ ਧੀ ਹੈ, ਸਾਰੀ ਦੁਨੀਆ ਚੌਧਰ ਪਿੱਛੇ ਹੈ, ਸਾਰੀ ਦੁਨੀਆ ਪੈਸੇ ਪਿੱਛੇ ਹੈ, ਤੇ ਪੈਸਾ ਜੰਤਰਾਂ ਮੰਤਰਾਂ ਦੇ ਨਾਲ ਇਕੱਠਾ ਕੀਤਾ ਜਾ ਸਕਦੇ, ਤੂੰ ਵੇਖ ਲਈ ਪਈ ਹੈ ਸਾਰਾ ਕੁਛ। ਅੱਜ ਤੋਂ ਮੈਂ ਤੈਨੂੰ ਨੂਰ ਸ਼ਾਹ ਬਣਾਉਂਦਾ, ਬਹਿ ਜਾ, ਤੇ ਜਿਵੇਂ ਮੈਂ ਕਰਦਾ ਰਿਹਾ ਨਾ ਉਵੇਂ ਤੂੰ ਕਰ, ਜਿਵੇਂ ਮੈਂ ਕਰਦਾ ਰਿਹਾ ਉਵੇਂ ਤੂੰ ਕਰ, ਕੋਈ ਤੋਟ ਘਾਟ ਨਹੀਂ ਰਹੇਗੀ ਤੇਰੇ ਪਾਸ। ਕਹਿਣ ਲੱਗੇ ਮੈਂ ਕਰਨ ਲੱਗ ਪਈ। ਬਾਬਾ ਜੀ ਤੁਸੀਂ ਹੈਰਾਨ ਹੋਵੋਗੇ ਕਿ ਧਨੀਆਂ ਬੰਦਿਆਂ ਨੇ ਤਾਂ ਆ ਕੇ ਮੈਨੂੰ ਮੱਥੇ ਟੇਕਣੇ ਹੀ ਟੇਕਣੇ ਨੇ, ਗੋਡਿਆਂ ਪਰਨੇ ਹੋਣਾ ਹੀ ਹੋਣਾ ਹੈ, ਮੇਰੇ ਸਾਹਮਣੇ ਆ ਕੇ ਤਾਂ ਕੋਈ ਸਾਧ ਵੀ ਨਹੀਂ ਅੜਿਆ ਅੱਜ ਤੱਕ। ਸਤਿਗੁਰੂ ਕਹਿਣ ਲੱਗੇ ਫਿਰ ਹੁਣ ਕੀ ਸਲਾਹ ਹੈ? ਤੂੰ ਮੈਨੂੰ ਪਿਤਾ ਆਖਿਆ ਹੈ ਨਾ, ਮੇਰੀ ਧੀ ਬਣਨਾ ਚਾਹੁੰਦੀ ਹੈ, ਤੇ ਫਿਰ ਤੇਰੇ ਪਿਤਾ ਦੀ ਸਲਾਹ ਹੈ ਇਹ ਸਾਰਾ ਕੁਝ ਅਡੰਬਰ ਬੰਦ ਕਰ ਤੇ ਆਪਣੀ ਸ਼ਾਦੀ ਕਰ। ਜਿਹੜੀ ਤੂੰ ਏਡੀ ਵੱਡੀ ਹੋ ਕੇ ਨਾ ਤੇ ਲੋਕਾਂ ਨੂੰ ਐਵੇਂ ਚੁੰਗਲ ਵਿੱਚ ਫਸਾਉਣ ਵਾਲਾ ਤੂੰ ਰਾਹ ਫੜਿਆ ਹੋਇਆ ਸੀ, ਉਹ ਰਾਹ ਛੱਡ ਤੇ ਲੋਕਾਂ ਦੀ ਸੇਵਾ ਕਰਨ ਵਾਲੇ ਪਾਸੇ ਤੁਰ। ਮੈਂ ਕਹਾਂਗਾ ਕਿੱਡੀ ਚੰਗੀ ਸੀ ਉਹ, ਵਾਹਿਗੁਰੂ ਕਿੱਡੀ ਚੰਗੀ ਸੀ। ਕਿਹੜਾ ਬੰਦਾ ਕਿਹੜਾ ਜੀਵ ਹੈ ਜਿਹੜਾ ਜ਼ਿੰਦਗੀ ਵਿੱਚ ਭੁੱਲ ਨਹੀਂ ਕਰਦਾ, ਕਿਹੜਾ ਹੈ? ਪਰ ਉਹ ਬੜਾ ਹੀ ਚੰਗਾ ਹੈ, ਬੜਾ ਹੀ ਚੰਗਾ ਹੈ ਜਿਹੜਾ ਨਾ ਸਤਿਗੁਰਾਂ ਦੇ ਪ੍ਰਤੀ ਨਾ ਸਮਰਪਿਤ ਹੋ ਜਾਂਦਾ ਹੈ। ਲੇਖਾ ਹੈ ਕਤੇ ਨਾ ਛੂਟੀ ਹੈ, ਆਖੋ ਸਾਰੇ, ਲੇਖਾ ਹੈ ਕਤੇ ਨਾ ਛੂਟੀ ਹੈ, ਖਿਨ ਖਿਨ ਭੁੱਲਣ ਹਾਰ, ਬਖਸ਼ਣ ਹਾਰ ਬਖਸ਼ ਲੈ ਹੋ ਨਾਨਕ ਪਾਰ ਉਤਾਰ। ਜੇ ਤਾਂ ਸਮੁੰਦ ਸਾਗਰ ਨੀਰ ਭਰਿਆ ਤੇ ਔਗਣ ਹਮਾਰੇ, ਬਖਸ਼ ਲਓ ਮਹਾਰਾਜ। ਸਤਿਗੁਰੂ ਕਹਿਣ ਲੱਗੇ ਠੀਕ ਹੈ, ਬਾਕੀ ਗੱਲਾਂ ਫਿਰ ਕਰਾਂਗੇ, ਅਸੀਂ ਚੱਲੇ ਨਹੀਂ ਫਟਾਫਟ, ਠਹਿਰਨੇ ਆ ਤੇਰੇ ਪਾਸ। ਪਹਿਲਾਂ ਜਾ ਕੇ ਨਾ ਅੱਜ ਤੂੰ ਕਿਰਤ ਕਰ, ਕਿਰਤ ਕਰ, ਕਿਰਤ ਕਰਕੇ ਤੂੰ ਮਾਇਆ ਲਿਆਵੇਂਗੀ ਤੇ ਖਿਚੜੀ ਤਿਆਰ ਕਰੀ, ਅਸੀਂ ਫਿਰ ਛਕਾਂਗੇ। ਦੇਖੋ ਮੰਨਿਆ, ਲਿਆ ਕੇ ਧਨ, ਫਿਰ ਖਿਚੜੀ ਤਿਆਰ ਕੀਤੀ, ਗੁਰੂ ਪਾਤਸ਼ਾਹ ਜੀ ਨੂੰ ਛਕਾਈ। 1 ਦਿਨ ਬੀਤਿਆ, 2 ਦਿਨ ਬੀਤੇ, 4 ਦਿਨ ਬੀਤੇ। ਗੁਰਪ੍ਰਤਾਪ ਸੂਰਜ ਤੁਸੀਂ ਹਮੇਸ਼ਾ ਪੜ੍ਹਦੇ ਸੁਣਦੇ ਹੋ ਸ਼ਾਮ ਨੂੰ, ਤੁਸਾਂ ਨੇ ਕਿੰਨਾ ਕੁਝ ਸੁਣਿਆ ਹੋਵੇਗਾ। ਬੜੀ ਸੁੰਦਰ ਕਵਿਤਾ ਵਿੱਚ ਭਾਈ ਸੰਤੋਖ ਸਿੰਘ ਜੀ ਨੇ ਬੜਾ ਕੁਝ ਲਿਖਿਆ। ਆਪਣਾ ਸਿੱਖ ਬਣਾਇਆ ਸਤਿਗੁਰਾਂ ਨੇ, ਸਿੱਖ ਬਣਾਇਆ। ਫਿਰ ਕਹਿਣ ਲੱਗੀ ਮਹਾਰਾਜ ਮੈਨੂੰ ਦੱਸੋ ਹੁਣ ਮੈਂ ਅੱਗੇ ਕੀ ਕਰਾਂ? ਸਤਿਗੁਰਾਂ ਨੇ ਆਖਿਆ ਇਸ ਸਾਰੇ ਸਥਾਨ ਨੂੰ ਢਾਹ ਕੇ ਧਰਮਸ਼ਾਲਾ ਬਣਾ ਦਿਓ, ਧਰਮਸ਼ਾਲਾ, ਗੁਰੂ ਨਾਨਕ ਦੀ ਧਰਮਸ਼ਾਲਾ ਬਣਾ ਦਿਓ, ਜਿਵੇਂ ਸੱਜਣ ਨੇ ਬਣਾਈ ਧਰਮਸ਼ਾਲਾ ਬਣਾ ਦਿਓ। ਠੀਕ ਹੈ, ਜਿੱਥੇ ਤੂੰ ਗੁੰਮਰਾਹ ਕਰਿਆ ਕਰਦੀ ਸੈਂ ਨਾ ਉੱਥੇ ਠੀਕ ਮਾਰਗ ਤੇ ਪਾਓ ਸਾਰਿਆਂ ਨੂੰ। ਤੇਰੇ ਅੰਦਰ ਸ਼ਕਤੀ ਹੈ,
ਇਸ ਸ਼ਕਤੀ ਨੂੰ ਪੋਜ਼ਿਟਿਵ ਢੰਗ ਦੇ ਨਾਲ ਵਰਤੋ। ਅੱਗੇ ਤੂੰ ਨੈਗੇਟਿਵ ਢੰਗ ਨਾਲ ਵਰਤਦੀ ਰਹੀ ਲਗਾਤਾਰ। ਅੱਛਾ, ਫਿਰ ਅਸੀਂ ਚੱਲਦੇ ਹਾਂ। ਫਿਰ ਉੱਠ ਖੜੀ ਹੋਈ। ਸਤਿਗੁਰੂ ਕਹਿਣ ਲੱਗੇ ਜਾਣਾ ਪੈਣਾ ਹੈ, ਜਾਣਾ ਹੈ। ਇੱਥੇ ਰਹਿਣ ਵਾਸਤੇ ਨਹੀਂ ਆਏ, ਠੀਕ ਕਰਨ ਵਾਸਤੇ ਆਏ ਸਾਂ। ਬਗਲਾ ਬਿਰਤੀ ਕੱਢ ਕੇ ਨਾ ਹੰਸ ਬਿਰਤੀ ਪਾਉਣ ਵਾਸਤੇ ਆਏ ਸਾਂ। ਸਾਡਾ ਕਾਰਜ ਹੋ ਗਿਆ। ਹੰਸ ਬਣ ਕੇ ਦੂਜਿਆਂ ਨੂੰ ਹੰਸ ਬਣਾਓ। ਹੁਣ ਤੁਸੀਂ ਕਹਿੰਦੀ ਬਾਬਾ ਮੈਨੂੰ ਕੋਈ ਆਪਣੀ ਨਿਸ਼ਾਨੀ ਦੇ ਜਾਓ। ਤੇ ਸਤਿਗੁਰਾਂ ਦੇ ਹੱਥ ਵਿੱਚ ਉਸ ਵੇਲੇ ਬਰਛਾ ਸੀ, ਬਰਛਾ ਲੈ ਕੇ ਚਲਿਆ ਕਰਦੇ ਸਾਂ। ਕਹਿਣ ਲੱਗੇ ਲਓ ਇਹ ਨਿਸ਼ਾਨੀ ਲੈ ਲਓ। ਉਹਨੇ ਮੱਥੇ ਨਾਲ ਲਗਾਇਆ ਤੇ ਸਾਰਿਆਂ ਨੂੰ ਸੰਬੋਧਨ ਕਰਕੇ ਕਹਿਣ ਲੱਗੀ ਅੱਜ ਤੋਂ ਲੈ ਕੇ ਇਸ ਧਰਮਸ਼ਾਲਾ ਦਾ ਨਾਮ, ਹੁਣ ਐਂ ਕਹਿ ਲਈ ਇਸ ਗੁਰਦੁਆਰੇ ਦਾ ਨਾਮ ਅੱਗੇ ਤੋਂ ਬਰਛਾ ਸਾਹਿਬ ਹੋਵੇਗਾ। ਰਿਹਾ ਮੈਂ ਭਾਲ ਕੀਤੀ ਬਹੁਤ ਇਤਿਹਾਸ ਦੇ ਵਿੱਚੋਂ। ਇਤਿਹਾਸ ਵਿੱਚ ਨਾ ਇਹ ਸਾਰਾ ਕੁਝ ਹੈਗਾ ਹੈ, ਪਰ ਹੁਣ ਜ਼ਮੀਨ ਤੇ ਬੰਗਲਾਦੇਸ਼ ਵਿੱਚ ਨਹੀਂ ਕੁਝ ਵੀ ਰਹਿ ਗਿਆ, ਨਹੀਂ ਰਹਿ ਗਿਆ। ਕਿਤੇ ਬਰਛਾ ਸਾਹਿਬ ਦਾ ਨਿਸ਼ਾਨ ਨਹੀਂ ਹੈਗਾ। ਕਰਤਾਰ ਕਿਰਪਾ ਕਰੇ ਕਦੀ ਦਿਨ ਆ ਜਾਣ ਅਸੀਂ ਫਿਰ ਬਰਛਾ ਸਾਹਿਬ ਉੱਥੇ ਦੇਖ ਸਕੀਏ। ਸਤਿਗੁਰੂ ਜੀ ਨੇ ਅੱਜ ਆਖਿਆ ਆਇਓ, ਜਿਵੇਂ ਉਹਨੂੰ ਕਹਿ ਰਹੇ ਹੁਣ ਧੀਏ ਛੱਪੜ ਵਿੱਚ ਨਹਾਉਂਦੀ ਰਵੇਂਗੀ ਤੇ ਮੈਲ ਹੀ ਭਰੇਂਗੀ ਨਾ। ਸਰਵਰ ਵਿੱਚ ਇਸ਼ਨਾਨ ਕਰ, ਸਰੋਵਰ ਵਿੱਚ ਇਸ਼ਨਾਨ ਕਰ, ਜੀਵਨ ਪਵਿੱਤਰ ਹੋ ਜਾਏਗਾ, ਦੂਜਿਆਂ ਨੂੰ ਪਵਿੱਤਰ ਕਰ ਦੇਵੇਂਗੀ, ਰੱਜ ਜਾਵੇਂਗੀ ਸਦਾ। ਸਾਨੂੰ ਸਾਰਿਆਂ ਨੂੰ ਅੱਜ ਕਹਿ ਰਹੇ ਨੇ ਕਿ ਚਲ ਡੁੱਬੈ ਮੈਲ ਨਾ ਜਾਏ। ਹੁਣ ਅੱਗੇ ਕੀ ਆਖਿਆ ਜੀ? ਰਹਾਉ ਚਲੋ ਰਖ ਰਖ ਚਰਨ ਤਰੇ ਵਿਚਾਰੀ। ਗੁਰੂ ਕੇ ਸਿੱਖ ਵਿਚਾਰ ਕਰ ਕਰਕੇ ਆਪਣਾ ਪੈਰ ਚੁੱਕਦੇ ਨੇ, ਦੌੜਦੇ ਨਹੀਂ, ਵਿਚਾਰ ਕੇ ਗਲਤ ਥਾਂ ਤੇ ਪੈਰ ਨਹੀਂ ਰੱਖਦੇ। ਰਖ ਰਖ ਚਰਨ ਧਰੇ ਵਿਚਾਰੀ ਅਰ ਦੁਬਦਾ ਛੋੜ ਭਏ ਨਿਰੰਕਾਰੀ। ਉਹਨਾਂ ਦੇ ਅੰਦਰ ਕਿਸੇ ਪ੍ਰਕਾਰ ਦੀ ਦੁਬਦਾ ਨਹੀਂ, ਇੱਧਰ ਉੱਧਰ ਨਹੀਂ ਵੇਖਦੇ। ਉਹ ਕਦੀ ਉੱਥੇ ਜਾ ਸਿਰ ਮਾਰਿਆ, ਕਦੀ ਉੱਥੇ ਜਾ ਸਿਰ ਮਾਰਿਆ। ਕਿਉਂ? ਉਹ ਸਮਝਦੇ ਨੇ ਇਹ ਸਿਰ ਮਾਰਨ ਵਾਲਾ ਨਹੀਂ ਥਾਂ ਥਾਂ ਤੇ। ਜਿਹੜਾ ਸਿਰ ਅਕਾਲ ਦਾ ਧਿਆਨ ਧਰਦਿਆਂ ਹੋਇਆਂ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਝੁਕ ਜਾਏ, ਉਹ ਥਾਂ ਥਾਂ ਤੇ ਮਾਰਨ ਵਾਲਾ ਨਹੀਂ ਹੈਗਾ। ਦੁਬਿਧਾ ਛੋੜ ਭਏ ਨਿਰੰਕਾਰੀ, ਇੱਕ ਕਰਤਾਰ ਨਾਲ ਜੁੜ ਜਾਂਦੇ ਨੇ ਜੀ। ਮੁਕਤ ਪਦਾਰਥ ਹਰ ਰਸ ਚਖ। ਮੁਕਤੀ ਦਾ ਪਦਾਰਥ ਵਾਹਿਗੁਰੂ ਜੀ ਦਾ ਪਿਆਰ, ਵਾਹਿਗੁਰੂ ਜੀ ਦੀ ਸਾਂਝ, ਹਰ ਰਸ ਚਖਦੇ ਨੇ। ਆਵਣ ਜਾਣ ਰਹੇ ਗੁਰ ਰਾਖੇ। ਹਰ ਗੁਰੂ ਸਾਹਿਬ ਸੱਚੇ ਪਾਤਸ਼ਾਹ ਇਉਂ ਉਹਨਾਂ ਨੂੰ ਜੰਮਣ ਮਰਨ ਤੋਂ ਰੱਖ ਲੈਂਦੇ ਨੇ। ਸਰਵਰ ਹੰਸਾ ਛੋੜ ਨਾ ਜਾਏ। ਐਸੇ ਸਰਵਰ ਨੂੰ, ਐਸੇ ਸਰੋਵਰ ਨੂੰ ਹੰਸ ਕਦੀ ਵੀ ਛੱਡ ਕੇ ਕਿਤੇ ਹੋਰ ਨਹੀਂ ਜਾਂਦਾ। ਸਿੱਖਾਂ ਨੂੰ ਸੁਚੇਤ ਹੋਣਾ ਚਾਹੀਦਾ ਹੈ ਜੀ। ਪ੍ਰੇਮ ਭਗਤ ਕਰ ਸਹਿਜ ਸਮਾਏ। ਐਸੇ ਸੰਤ, ਐਸੇ ਸਿੱਖ ਪ੍ਰੇਮ ਭਗਤੀ ਕਰ, ਪ੍ਰੇਮਾ ਭਗਤੀ ਕਰਦਿਆਂ ਹੋਇਆਂ ਹਜ਼ੂਰ ਪਰਮੇਸ਼ਰ ਕਰਤਾਰ ਦੀ ਬਖਸ਼ੀ ਅਵਸਥਾ ਸਹਿਜ ਦੇ ਵਿੱਚ ਸਮਾ ਜਾਂਦੇ ਨੇ। ਸਰਵਰ ਮਹ ਹੰਸ ਹੰਸ ਮਹ ਸਾਗਰ। ਐਸੀ ਅਵਸਥਾ ਬਣ ਜਾਂਦੀ ਹੈ, ਪਤਾ ਹੀ ਨਹੀਂ ਰਹਿ ਜਾਂਦਾ ਕਿ ਸਰੋਵਰ ਦੇ ਵਿੱਚ ਹੰਸ ਹੈ ਕਿ ਹੰਸ ਦੇ ਵਿੱਚ ਸਰੋਵਰ ਹੈ। ਪਤਾ ਹੀ ਨਹੀਂ ਰਹਿ ਜਾਂਦਾ। ਸਰਵਰ ਮੈਂ ਹੰਸ, ਮੈਂ ਤਾਂ ਸਿੱਧੇ ਜਿਹੇ ਸੌਖੇ ਦੇ ਅਰਥ ਲੈ ਰਿਹਾ। ਹੰਸ ਮੈਂ ਸਾਗਰ। ਔਰ ਕੀ ਕਰਦੇ ਨੇ ਉਹ ਫਿਰ? ਕਥ ਕਥਾ ਗੁਰ ਬਚਨੀ ਆਦਰ। ਗੁਰੂ ਕੇ ਬਚਨਾਂ ਦਾ ਧਿਆਨ ਧਰਦਿਆਂ ਹੋਇਆਂ, ਗੁਰਮਤਿ ਦਾ ਧਿਆਨ ਧਰਦਿਆਂ ਹੋਇਆਂ ਉਸ ਅਕਥ ਪਰਮੇਸ਼ਰ ਦੀ ਸਦਾ ਕਥਾ ਕਰਦੇ ਨੇ। ਸੁਨ ਮੰਡਲ ਇੱਕ ਜੋਗੀ ਬੈਸੇ। ਜਿਸ ਵੇਲੇ ਸੁਰਤੀ ਜੋੜ ਕੇ ਬੈਠ ਜਾਂਦੇ ਨੇ ਫਿਰ ਪਿਆਰੇ, ਨਾਰ ਨਾ ਪੁਰਖ ਕਹੋ ਕੋ ਕੈਸੇ।
ਕਿੱਥੇ ਦੂਰ ਲੈ ਗਏ ਸਤਿਗੁਰੂ ਮਹਾਰਾਜ, ਦੂਰ ਲੈ ਗਏ। ਜਿਵੇਂ ਅੱਜ ਨਾ ਸੁਭਾਵਕ ਹੀ ਹੈ ਨਾ, ਮਹਾਰਾਜ ਨੇ ਪ੍ਰੇਰਨਾ ਦਿੱਤੀ ਤੇ ਜਿਸ ਦਾ ਮੈਂ ਹਵਾਲਾ ਦਿੱਤਾ ਹੈ ਬੀਬੀ ਨੂਰ ਸ਼ਾਹ ਦਾ, ਪਾਰਬਤੀ ਦਾ। ਧੀਆਂ ਬੀਬੀਆਂ ਵੀ ਏਡੇ ਏਡੇ ਉੱਚੇ ਥਾਂ ਤੇ ਬਿਠਾਈਆਂ ਜਾ ਸਕਦੀਆਂ ਨੇ ਨਾ। ਅਸਲ ਵਿੱਚ ਬੀਬੀਆਂ ਹੋਣ ਤੇ ਭਾਵੇਂ ਹੋਣ ਭਾਈ, ਜਿਸ ਵੇਲੇ ਕਰਤਾਰ ਨਾਲ ਜੁੜ ਜਾਂਦੇ ਨੇ ਨਾ, ਸੁਣ ਮੰਡਲ ਇੱਕ ਜੋਗੀ ਬੈਸੇ, ਨਾਰ ਨਾ ਪੁਰਖ ਕਹੋਂ ਕਉ ਕੈਸੇ। ਜਿਹਦੇ ਨਾਲ ਜੁੜ ਬੈਂਦੇ ਨੇ, ਨਾ ਤਾਂ ਉਹ ਨਾਰੀਆਂ ਪੁਰਖ ਹੈ ਤੇ ਨਾ ਉਹਦੇ ਨਾਲ ਜੁੜਨ ਵਾਲਾ ਨਾਰ ਰਹਿੰਦਾ ਤੇ ਨਾ ਪੁਰਖ ਰਹਿੰਦਾ ਹੈ ਜੀ। ਤ੍ਰਿਭਾਵਨ ਜੋਤ ਰਹੇ ਲਿਵ ਲਾਈ। ਇਹਨਾਂ ਭਵਨਾਂ ਦੇ ਮਾਲਕ ਕਰਤਾਰ ਦੇ ਨਾਲ ਉਹਨਾਂ ਦੀ ਲਿਵ ਜੁੜੀ ਹੁੰਦੀ ਹੈ। ਸਵਰ ਨਰ ਨਾਥ ਸੱਚੇ ਸਰਣਾਈ। ਜਿਤਨੇ ਵੀ ਦੇਵਤਾ ਹੋਏ, ਜਿੰਨੇ ਵੀ ਨਾਥ ਹੋਏ, ਸਾਰੇ ਉਸ ਕਰਤਾਰ ਦੀ ਸ਼ਰਨ ਵਿੱਚ ਹਨ ਜੀ। ਆਨੰਦ ਮੂਲ ਅਨਾਥ ਆਧਾਰੀ। ਉਹ ਆਨੰਦ ਦਾ ਮੂਲ ਹੈ, ਅਨਾਥਾਂ ਦਾ ਨਾਥ ਹੈ ਉਹ। ਗੁਰਮੁਖ ਭਗਤ ਸਹਿਜ ਵਿਚਾਰੀ। ਕੇਵਲ ਗੁਰੂ ਕੇ ਕਹਾਉਣ ਵਾਲੇ, ਗੁਰੂ ਕੇ ਕਹਾਉਣ ਵਾਲੇ, ਗੁਰਮਤਿ ਨੂੰ ਸਮਝਦਿਆਂ ਹੋਇਆਂ ਉਹਦੇ ਨਾਲ ਜੁੜਦੇ ਨੇ। ਹਾਂਜੀ। ਭਗਤ ਵਛਲ ਭੈ ਕਾਟਣ ਹਾਰੇ। ਕਰਤਾਰ ਵਾਹਿਗੁਰੂ ਭਗਤਾਂ ਨਾਲ ਪਿਆਰ ਕਰਨ ਵਾਲਾ, ਜੁੜਨ ਵਾਲਿਆਂ ਨੂੰ ਜੋੜਦਾ ਹੈ ਆਪਣੇ ਨਾਲ। ਯਾਦ ਰੱਖਣਾ, ਕਰਤਾਰ ਆਪਣੇ ਤੋਂ ਕਿਸੇ ਨੂੰ ਦੂਰ ਨਹੀਂ ਕਰਦਾ, ਤੋੜਦਾ ਨਹੀਂ ਹੈ। ਟੁੱਟਿਆਂ ਹੋਇਆਂ ਨੂੰ ਆਪਣੇ ਨਾਲ ਜੋੜਦਾ ਹੈ। ਭਗਤ ਵਛਲ, ਭਗਤਾਂ ਨਾਲ ਪਿਆਰ ਕਰਦਾ ਹੈ। ਮਾੜੀ ਮੋਟੀ ਮੈਲ ਕਿਤੇ ਹੋਵੇ ਤੇ ਲਾਹ ਦਿੰਦਾ, ਧੋ ਦਿੰਦਾ, ਦੂਰ ਕਰਦਾ ਹੈ, ਚਰਨਾਂ ਵਿੱਚ ਥਾਂ ਦਿੰਦਾ ਹੈ। ਹਮੈ ਮਾਰ ਮਿਲੇ ਪਗ ਧਾਰੇ। ਪਰ ਭਗਤ ਉਹ ਹੈ ਜਿਹੜਾ ਆਪਣੀ ਹਉਮੈ ਨੂੰ ਛੱਡ ਦਿੰਦਾ ਹੈ, ਜਿਹੜਾ ਛੱਡ ਦਿੰਦਾ ਹੈ। ਹਉਮੈ ਮਾਰ ਮਿਲੇ ਪਗ ਧਾਰੇ, ਰੱਬ ਜੀ ਦੇ, ਵਾਹਿਗੁਰੂ ਜੀ ਦੇ ਚਰਨਾਂ ਦੇ ਨਾਲ ਮਿਲ ਜਾਂਦੇ ਨੇ। ਅਨਕ ਜਤਨ ਕਰ ਕਾਲ ਸੰਤਾਏ। ਜਿਹੜੇ ਇਸ ਗੱਲ ਦੀ ਸੰਭਾਲ ਨਹੀਂ ਕਰਦੇ ਤੇ ਹੋਰ ਹੋਰ ਯਤਨਾਂ 'ਚ ਪੈ ਜਾਂਦੇ ਨੇ ਨਾ, ਵੀ ਆਹ ਦਾ ਖੇਡ ਲਿਆ ਜਾਵੇ, ਆਹ ਦਾ ਖੇਡ ਲਿਆ ਜਾਵੇ, ਐਂ ਕਰ ਲਿਆ ਜਾਵੇ, ਐਂ ਕਰ ਲਿਆ ਜਾਵੇ। ਅਨਕ ਜਤਨ ਕਰ ਕਾਲ ਸੰਤਾਏ। ਕਾਲ ਇੱਥੇ ਭਾਵ ਹੈ ਆਤਮਕ ਮੌਤ। ਆਤਮਕ ਮੌਤ, ਜ਼ਮੀਰ ਦਾ ਮਰ ਜਾਣਾ। ਇਹ ਸਤਾਉਂਦਾ ਹੈ, ਇਹ ਤੜਪਾਉਂਦਾ ਹੈ, ਫਿਰ ਪਰੇਸ਼ਾਨ ਕਰਦਾ ਹੈ ਜੀ। ਮਰਨ ਲਿਖਾਏ ਮੰਡਲ ਮਹਿ ਆਏ। ਅਨੇਕ ਯਤਨ ਹੋਰ ਕਰਨ ਵਾਲਿਆਂ ਦੀ ਮੌਤ ਨਿਸ਼ਚਲ ਹੈ, ਨਿਸ਼ਚਿਤ ਹੈ। ਮਰਨ ਲਿਖਾਏ ਮੰਡਲ ਮੈਂ, ਅਸੀਂ ਆਮ ਤੌਰ ਤੇ ਸਰੀਰਾਂ ਦੇ ਨਾਲ ਗੱਲ ਨੂੰ ਜੋੜ ਕੇ ਕਰਦੇ ਹਾਂ, ਲੇਕਿਨ ਸ਼ਬਦ ਦੇ ਸੰਕਲਪ ਦੇ ਵਿੱਚ ਧਿਆਨ ਕਰਿਓ ਜੇ। ਜਿਹੜੇ ਆਪਣੀਆਂ ਚਤੁਰਾਈਆਂ ਦੇ ਤੇ ਆ ਖੜੋਦੇ ਨੇ, ਹੋਰ ਹੋਰ ਯਤਨਾਂ ਤੇ ਚਲੇ ਜਾਂਦੇ ਨੇ, ਕਰਤਾਰ ਨਾਲ ਨਹੀਂ ਜੁੜਦੇ, ਗੁਰੂ ਦਾ ਧਿਆਨ, ਗੁਰੂ ਉਪਦੇਸ਼ ਦਾ ਧਿਆਨ ਨਹੀਂ ਧਰਦੇ, ਨਿਸ਼ਚੈ ਹੈ ਉਹਨਾਂ ਦੀ ਆਤਮਕ ਮੌਤ ਹੋਣੀ ਹੈ ਜੀ। ਜਨਮ ਪਦਾਰਥ ਦੁਬਦਾ ਖੋਵੈ। ਦੁਬਦਾ ਵਿੱਚ ਆ ਕੇ ਕੀਮਤੀ ਜੀਵਨ ਜਨਮ ਆਪਣਾ ਗਵਾ ਲੈਂਦਾ ਹੈ। ਆਪ ਨਾ ਚੀਨਸ ਭ੍ਰਮ ਭ੍ਰਮ ਰੋਵੈ। ਵਾਹਿਗੁਰੂ ਵਾਹਿਗੁਰੂ। ਆਪੇ ਦਾ ਧਿਆਨ ਨਹੀਂ ਕਰਦਾ ਤੇ ਭਟਕ ਭਟਕ ਕੇ ਫਿਰ ਰੋਂਦਾ ਹੈ ਜੀ। ਕਹਿਤੋ ਪੜਤੋ ਸੁਣਤੋ ਏਕ। ਸ਼ਬਦ ਸੰਪੂਰਨ ਹੋਣ ਜਾ ਰਿਹਾ ਹੈ, ਦੋ ਪਦ ਰਹਿ ਗਏ। ਕਹਿੰਦੇ ਨੇ ਕਰਤਾਰ ਕਹਿਤੋ ਪੜਤੋ ਸੁਣਤੋ ਏਕ। ਨਾਲ ਜੁੜਿਆ ਰਹਿਣ ਵਾਲਾ ਕਹਿੰਦਾ ਇੱਕ ਹੈ, ਪੜਦਾ ਇੱਕ ਹੈ, ਸੁਣਦਾ ਇੱਕ ਹੈ। ਇੱਕ ਕੌਣ? ਪਰਮੇਸ਼ਰ, ਕਰਤਾਰ ਵਾਹਿਗੁਰੂ ਜੀ। ਧੀਰਜ ਧਰਮ ਧਰਣੀ ਧਰ ਟੇਕ। ਜਿਹੜਾ ਧਰਨੀ ਧਰ ਹੈ, ਜਿਹੜਾ ਸਾਰੀ ਸ੍ਰਿਸ਼ਟੀ ਦਾ ਧਿਆਨ ਰੱਖਣ ਵਾਲਾ ਹੈ, ਪਾਲਕ ਹੈ, ਉਹਦੇ ਨਾਲ ਜੁੜਦੇ ਨੇ। ਹੁਣ ਧਰਨੀ ਧਰ ਕਿਉਂ ਆਖਿਆ? ਧਰਤੀ ਅੰਦਰ ਧੀਰਜ ਹੈ, ਧਰਤੀ ਅੰਦਰ ਧੀਰਜ ਹੈ। ਸਾਰਾ ਭਾਰ ਚੱਕਿਆ ਹੋਇਆ, ਸਾਰਾ ਮੰਦਾ ਕੋਈ ਕਰੇ, ਚੰਗਾ ਕੋਈ ਕਰੇ, ਸਭ ਪਰਵਾਹ ਸਾਰਿਆਂ ਨੂੰ ਆਪਣੇ ਸੀਨੇ ਨਾਲ ਲਾਉਂਦੀ ਹੈ, ਆਪਣੀ ਗੋਦ ਵਿੱਚ ਥਾਂ ਦਿੰਦੀ ਹੈ। ਧੀਰਜ ਧਰਮ ਧਰਨੀ ਧਰ ਟੇਕ। ਤੇ ਜੁੜਨ ਵਾਲਾ ਐਸਾ ਧੀਰਜਧਾਰੀ ਹੋ ਜਾਂਦਾ ਹੈ। ਜਤ ਸਤ ਸੰਜਮ ਹਿਰਦੈ ਸਮਾਏ। ਉਹਨਾਂ ਦੇ ਅੰਦਰ ਜਤ ਆ ਜਾਂਦਾ ਹੈ, ਸੰਜਮ ਆ ਜਾਂਦਾ ਹੈ, ਸਤ ਆ ਜਾਂਦਾ ਹੈ, ਜੀਵਨ ਦੀ ਮਰਿਆਦਾ ਆ ਜਾਂਦੀ ਹੈ।
ਚੌਥੇ ਪਦ ਕੋ ਜੇ ਮਨ ਪਤੀ ਆਏ। ਜੇ ਕਿਤੇ ਉਹ ਹਉਮੈ ਤੋਂ ਬਚ ਜਾਵੇ ਤਾਂ, ਚੌਥੇ ਪਦ ਤੋਂ ਪਾਵੇ ਹਉਮੈ ਤੋਂ ਬਚ ਜਾਵੇ ਤਾਂ ਜੀ। ਸਾਚੇ ਨਿਰਮਲ ਮੈਲ ਨਾ ਲਾਗੈ। ਕਰਤਾਰ ਨਾਲ ਜੁੜਿਆ ਹੋਇਆਂ ਫਿਰ ਮੈਲ ਨੇੜੇ ਨਹੀਂ ਆਉਂਦੀ। ਗੁਰ ਕੈ ਸ਼ਬਦ ਭਰਮ ਭਉ ਭਾਗੈ। ਗੁਰੂ ਕੇ ਸ਼ਬਦ ਦੇ ਅਨੁਸਾਰ ਚੱਲਦਿਆਂ ਹੋਇਆਂ ਅੰਦਰੋਂ ਭਰਮ ਵੀ ਦੂਰ ਹੋ ਜਾਂਦਾ ਹੈ ਤੇ ਭੈ ਵੀ ਦੂਰ ਹੋ ਜਾਂਦਾ, ਨਿਕਲ ਜਾਂਦਾ ਹੈ। ਸੂਰਤ ਮੂਰਤ ਆਦ ਅਨੂਪ। ਵਾਹਿਗੁਰੂ ਵਾਹਿਗੁਰੂ। ਕਰਤਾਰ ਜਿਸ ਦੀ ਸੂਰਤੀ, ਜਿਸ ਦੀ ਮੂਰਤੀ ਅਤੀ ਸੁੰਦਰ ਹੈ, ਆਦ ਅਨੂਪ, ਉਪਮਾ ਹੀ ਨਹੀਂ ਕੀਤੀ ਜਾ ਸਕਦੀ। ਹੁਣ ਕਿਹੜੀਆਂ ਅਸੀਂ ਫੋਟੋਆਂ ਲੱਭਾਂਗੇ, ਕਿਹੜੇ ਚਿੱਤਰ ਲੱਭਾਂਗੇ? ਜੇ ਲੱਭਣੇ ਨੇ ਨਾ ਤੇ ਗੁਰੂ ਨਾਨਕ ਸਾਹਿਬ ਜੀ ਦੇ ਇਸ ਪਾਵਨ ਸ਼ਬਦ ਵਿੱਚੋਂ ਲੱਭੋ, ਜਿਹੜਾ ਪਰਮੇਸ਼ਰ ਗੁਰੂ ਨਾਨਕ ਦਾ ਪਰਮੇਸ਼ਰ ਹੈ, ਸਾਹਿਬ ਸੱਚੇ ਪਾਤਸ਼ਾਹ ਦਾ, ਜਿਸ ਦੀ ਸੂਰਤ ਮੂਰਤ ਆਦਿ ਅਨੂਪ। ਕਹਿੰਦੇ ਅੱਗੇ ਨਾਨਕ ਜਾਚੈ ਸਾਚ ਸਰੂਪ। ਹਜ਼ੂਰ ਕਹਿੰਦੇ ਨੇ ਅਸੀਂ ਇਹੀ ਮੰਗਦੇ ਹਾਂ, ਸਾਡੇ ਨਾਲ ਪਿਆਰ ਕਰਨ ਵਾਲਾ ਇਹੀ ਮੰਗਦਾ ਹੈ, ਸਾਡੇ ਨਾਲ ਪਿਆਰ ਕਰਨ ਵਾਲੇ ਨੂੰ ਇਹੀ ਮੰਗਣਾ ਚਾਹੀਦਾ ਹੈ। ਸਤਿਗੁਰੂ ਐਂ ਚੇਤਾ ਕਰਵਾ ਕੇ ਨਾ ਫਿਰ ਸ਼ਬਦ ਸੰਪੂਰਨ ਕਰ ਦਿੰਦੇ ਨੇ। ਤੇ ਮੈਂ ਚਾਹੁੰਦਾ ਇੱਕ ਵਾਰ ਉਹਨਾਂ ਦੀ ਚੇਤਾਵਨੀ ਫਿਰ ਚੇਤੇ ਕਰ ਲਈਏ, ਸਾਰੇ ਫਿਰ ਚੇਤੇ ਕਰ ਲਈਏ। ਜਗਤ ਆਲੇ ਦੁਆਲੇ ਸਾਰਾ ਚਿੱਕੜ ਨਾਲ ਭਰਿਆ ਹੋਇਆ ਹੈ। ਅਸੀਂ ਜਦੋਂ ਬਾਹਰ ਨਿਕਲਦੇ ਹਾਂ ਬਦੋ ਬਦੀ ਚਿੱਕੜ ਦੇ ਵਿੱਚ ਅਸੀਂ ਪੈ ਜਾਂਦੇ ਹਾਂ। ਜਗਤ ਵਿੱਚ ਬਗਲਾ ਬਿਰਤੀ ਪ੍ਰਧਾਨ ਹੈ। ਝਟਾਪਟ ਨਾਲ ਸਾਡੇ ਅੰਦਰ ਇਹ ਖਿਆਲ ਹਾਵੀ ਹੋ ਜਾਂਦਾ ਹੈ। ਤੇ ਸਤਿਗੁਰੂ ਮਹਾਰਾਜ ਫਿਰ ਚਿਤਨ ਕਰਦੇ ਨੇ, ਯਾਦ ਰੱਖਿਓ ਜੇ, ਕੀਚੜ ਡੂਬੈ ਮੈਲ ਨਾ ਜਾਏ, ਕੀਚੜ ਡੂਬੈ ਮੈਲ ਨਾ ਜਾਏ, ਕੀਚੜ ਮੈਲ ਨਾ ਜਾਏ, ਕੀਚੜ ਡੂਬੈ ਮੈਲ ਨਾ ਜਾਏ। ਬੱਗ ਬੱਪੜਾ ਛੱਪੜੀ ਨਹਾਏ, ਕਿਆ ਬੱਗ ਬੱਪੜਾ ਛੱਪੜੀ ਨਹਾਏ, ਕਿਆ ਬੱਗ ਬੱਪੜਾ ਛੱਪੜੀ ਨਾਏ, ਕਿਆ ਬੱਗ ਬੱਪੜਾ ਛੱਪੜੀ ਨਾਏ। ਮੇਰੇ ਕੋਲ ਕਹਿਣ ਲਈ ਕੁਛ ਨਹੀਂ ਹੈ, ਔਰ ਕੁਛ ਨਹੀਂ ਹੈ। ਖਿਮਾ ਕਰ ਦਿਓ ਜੇ, ਇੰਨੀ ਸੇਵਾ ਪ੍ਰਵਾਨ ਕਰਿਓ ਜੇ। ਗੁਰੂ ਰੂਪ ਸੰਗਤ ਭੁੱਲਾਂ ਬਖਸ਼ਣ ਵਾਲੀ ਹੈ, ਬਖਸ਼ਣਹਾਰ ਹੈ। ਬਖਸ਼ ਲੈਣਾ, ਅਸੀਸਾਂ ਦੇਣੀਆਂ। ਆਉਣ ਵਾਲੇ ਸਮੇਂ ਵਿੱਚ ਗੁਰੂ ਪੰਥ ਦੀ ਹੋਰ ਅੱਛੀ ਸੇਵਾ ਕੀਤੀ ਜਾ ਸਕੇ। ਸਾਰੇ ਜੇ ਕਿਤੇ 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 ਬਗਲਾ ਬਿਰਤੀ ਹੈਗੀ ਹੈ, ਇਹ ਸਾਡੀ ਬਿਰਤੀ ਨਹੀਂ ਹੈ, ਨਿਕਲ ਜਾਵੇ, ਚਲੀ ਜਾਵੇ। ਹੰਸ ਬਣ ਜਾਈਏ ਸਾਰੇ, ਘਰ ਭਰਿਆ ਜਾਏਗਾ, ਖਜ਼ਾਨੇ ਭਰੇ ਜਾਣਗੇ, ਦੁਨੀਆ ਨੂੰ ਅਸੀਂ ਅਮੀਰ ਕਰ ਦਿਆਂਗੇ। ਇਹ ਭਾਵਨਾ ਲੈਂਦਾ ਹੋਇਆ ਬੇਨਤੀ ਕਰਦਾ, ਆਖੀਏ ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।